हाँ जी मैम, गुड मॉर्निंग जी। हाँ जी, गुड मॉर्निंग जी। की हाल है मैम? बिल्कुल वधिया, ठीक ठाक। बस वधिया चाहिए। ਤੁਹਾਡਾ ਸਾਰਿਆਂ ਦਾ ਡਿਪਾਰਟਮੈਂਟ ਆਫ ਟੈਕਨੀਕਲ ਐਜੂਕੇਸ਼ਨ ਐਂਡ ਇੰਡਸਟਰੀਅਲ ਟ੍ਰੇਨਿੰਗ ਪੰਜਾਬ ਵੱਲੋਂ ਸਵਾਗਤ ਹੈ। Myself is Maninder Kaur. My today's topic is trial room, week number 35, trades in technology. मैं ਸ਼੍ਰੀ ਅਨੰਦਪੁਰ ਸਾਹਿਬ ਸੰਸਥਾ ਵਿੱਚ ਕੰਮ ਕਰਦੀ ਹਾਂ। ਤਾਂ ਆਓ ਅਸੀਂ ਗੱਲ ਕਰਦੇ ਹਾਂ ਅੱਜ ਦੇ ਟੌਪਿਕ ਬਾਰੇ, ਟ੍ਰਾਇਲ ਰੂਮ। ਤੇ ਅੱਜ ਅਸੀਂ ਗੱਲ ਕਰਾਂਗੇ ਟ੍ਰਾਇਲ ਰੂਮ ਦੀ ਨੈਸੈਸਿਟੀ, ਉਹਦੀ ਕੀ ਜ਼ਰੂਰਤ ਹੈ ਔਰ ਉਹਦੀਆਂ ਕੀ ਸਪੈਸੀਫਿਕੇਸ਼ਨਸ ਹੁੰਦੀਆਂ ਹਨ। What is trial room? ਜਿਵੇਂ ਕਿ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਕਿ ਟ੍ਰਾਇਲ ਰੂਮ ਕੀ ਹੁੰਦਾ ਹੈ। ਅੱਜ ਦੇ ਜ਼ਮਾਨੇ ਵਿੱਚ ਜਦੋਂ ਵੀ ਅਸੀਂ ਕਿਤੇ ਵੀ ਸ਼ਾਪਿੰਗ ਕਰਨ ਜਾਂਦੇ ਹਾਂ, ਅਸੀਂ ਗਾਰਮੈਂਟਸ ਪਰਚੇਜ਼ ਕਰਨ ਲਈ ਚੂਜ਼ ਕਰਦੇ ਹਾਂ, ਤਾਂ ਸਾਨੂੰ ਆਪਣੀ ਫਿਟਿੰਗ ਚੈੱਕ ਕਰਨ ਲਈ ਟ੍ਰਾਇਲ ਰੂਮ ਦੀ ਜ਼ਰੂਰਤ ਹੁੰਦੀ ਹੈ। A trial room, dressing room, or change room is an area designated for changing one's clothes. Trial room no dressing room भी किया जाता है, changing room भी किया जाता है. This is an area designated for changing one's clothes. ये एक area ਹੁੰਦਾ है ਜਿਹੜਾ ਕਿ ਕਿਸੇ ਦੇ ਚੇਂਜ ਕਰਨ ਲਈ ਅਲੱਗ ਤੋਂ ਇੱਕ ਕੈਬਿਨ ਟਾਈਪ, ਇੱਕ ਰੂਮ ਟਾਈਪ, ਇੱਕ ਸੈਪਰੇਟ ਏਰੀਆ ਬਣਾਇਆ ਹੁੰਦਾ ਹੈ ਜਿਸ ਨੂੰ ਕਿ ਅਸੀਂ ਟ੍ਰਾਇਲ ਰੂਮ ਕਹਿੰਦੇ ਹਾਂ। Changing rooms are provided in a semi-public situation to enable people to change clothes with varying degrees of privacy. Changing rooms ਹੈ ਜਿਹੜੇ ਇਸ semi public areas, ਜਿਵੇਂ ਕਿ ਅਸੀਂ ਸ਼ਾਪਿੰਗ ਕਰਨ ਜਾਂਦੇ ਹਾਂ, ਕੋਈ ਮਾਲ ਹੈ ਜਾਂ ਕੋਈ ਸ਼ੋਰੂਮ ਹੈ ਜਾਂ ਕੋਈ ਸ਼ਾਪ ਹੈ, ਉਹ ਸਾਰੇ semi public areas ਹੁੰਦੇ ਹੈ। ਉੱਥੇ ਲੋਕਾਂ ਨੂੰ ਫੈਸਿਲਿਟੀ ਦੇਣ ਵਾਸਤੇ ਪ੍ਰਾਈਵੇਸੀ ਦੇ ਨਾਲ, ਪ੍ਰਾਈਵੇਸੀ ਲਈ ਉਹਨਾਂ ਦਾ ਵਾਸਤੇ ਇੱਕ ਟ੍ਰਾਇਲ ਰੂਮ ਬਣਾਇਆ ਹੁੰਦਾ ਹੈ ਜਿਸ ਦੇ ਅੰਦਰ ਜਾ ਕੇ ਕਿ ਉਹ ਆਪਣੀਆਂ ਚੂਜ਼ ਕੀਤੀਆਂ ਹੋਈਆਂ ਡਰੈਸਿਸ ਨੂੰ ਟਰਾਈ ਕਰ ਸਕਦੇ ਆ। One of the most integral elements in apparel retail is the touch, feel and trial of a product. ਜਿਹੜਾ ਸਾਡਾ ਅਪੇਰਲ ਰਿਟੇਲ ਹੈ, ਇਹਦੇ ਵਿੱਚ ਸਭ ਤੋਂ ਜ਼ਿਆਦਾ ਜਿਹੜਾ ਇੰਪੋਰਟੈਂਟ ਐਲੀਮੈਂਟ ਕਿਹੜਾ ਹੁੰਦਾ? ਜਦੋਂ ਅਸੀਂ ਸ਼ਾਪਿੰਗ ਕਰਦੇ ਹਾਂ, ਕਿਸੇ ਵੀ ਕੱਪੜੇ ਨੂੰ ਟੱਚ ਕਰਨਾ, ਉਹਨੂੰ ਫੀਲ ਕਰਨਾ ਤੇ ਫਾਈਨਲੀ ਉਸ ਜਿਹੜਾ ਕੱਪੜਾ ਅਸੀਂ ਚੂਜ਼ ਕੀਤਾ ਉਹਦਾ ਟਰਾਇਲ ਕਰਨਾ। At a time when online fashion websites are attracting a large chunk of offline consumers, one major motivation which keeps the retail stores football is the trial experience. ਜਦੋਂ ਸਾਡੀਆਂ ਫੈਸ਼ਨ ਵੈਬਸਾਈਟਸ ਹੈ ਆਨਲਾਈਨ, ਲਾਈਕ ਐਮਾਜ਼ੋਨ, ਮਿੰਤਰਾ ਹੋ ਗਿਆ ਜਾਂ ਸਾਡਾ ਲਾਈਮ ਰੋਡ ਹੈ, ਇਸ ਤਰ੍ਹਾਂ ਦੀਆਂ ਜਿਹੜੀਆਂ ਫੇਮਸ ਆਨਲਾਈਨ ਫੈਸ਼ਨ ਵੈਬਸਾਈਟਸ ਹੈ, ਜਦੋਂ ਇਹ ਬਹੁਤ ਸਾਰੇ ਕਸਟਮਰਸ ਨੂੰ ਆਪਣੇ ਵੱਲ ਅਟਰੈਕਟ ਕਰਦੀਆਂ, ਤਾਂ ਉਹਦੇ ਵਿੱਚ ਇੱਕ ਸਭ ਤੋਂ ਵਧੀਆ ਚੀਜ਼ ਕੀ ਹੈ ਜਿਹੜੀ ਕਸਟਮਰਸ ਨੂੰ ਮੋਟੀਵੇਟ ਕਰਦੀ ਹੈ ਸ਼ਾਪਿੰਗ ਕਰਨ ਲਈ? ਉਹ ਹੈ ਟਰਾਇਲ ਐਕਸਪੀਰੀਅੰਸ। ਇਸੇ ਕਰਕੇ ਅੱਜ ਕੱਲ੍ਹ ਜਿਹੜੀਆਂ ਸਾਡੀਆਂ ਕੰਪਨੀਜ਼ ਹੈ ਉਹਨਾਂ ਨੇ ਵਰਚੁਅਲ ਟਰਾਇਲ ਰੂਮਸ ਦੀ ਵੀ ਸਟਾਰਟਿੰਗ ਕਰ ਦਿੱਤੀ ਹੈ, ਤਾਂ ਜੋ ਕਸਟਮਰਸ ਨੂੰ ਫਿਜ਼ੀਕਲੀ ਟਰਾਇਲ ਨਾ ਕਰਨਾ ਪਵੇ, ਉਹਦੇ ਬਜਾਏ ਉਹ ਆਨਲਾਈਨ ਵਰਚੁਅਲੀ ਟਰਾਈ ਕਰਕੇ ਹੀ ਆਪਣੀਆਂ ਡਰੈਸਿਸ ਨੂੰ ਚੂਜ਼ ਕਰ ਸਕਦੇ ਆ। ਅਰਲੀਅਰ ਟਰਾਇਲ ਰੂਮਸ ਯੂਜ਼ਡ ਟੂ ਬੀ ਅ ਲੈਫਟ ਓਵਰ ਪਲੇਸ। ਪਹਿਲਾਂ ਕੀ ਹੁੰਦਾ ਸੀ ਕਿ ਜਿਹੜੇ ਟਰਾਇਲ ਰੂਮਸ ਹੁੰਦੇ ਸੀ ਉਹ ਸ਼ੋਰੂਮ ਜਾਂ ਕਿਸੇ ਮੋਲ ਦੀ ਬਚੀ ਕੁਚੀ ਜਗ੍ਹਾ ਹੁੰਦੀ ਸੀ ਜਿਸ ਨੂੰ ਕਿ ਸ਼ਾਪਕੀਪਰ ਐਜ਼ ਅ ਸਟੋਰ ਰੂਮ ਯੂਜ਼ ਕਰਦਾ ਸੀ, ਉਹਨੂੰ ਹੀ ਟਰਾਇਲ ਰੂਮ ਬਣਾ ਦਿੱਤਾ ਜਾਂਦਾ ਸੀ। ਬਟ ਜਿਵੇਂ ਜਿਵੇਂ ਹੁਣ ਰਿਟੇਲ ਇੰਡਸਟਰੀ ਹੈ ਉਹ ਅੱਗੇ ਅੱਗੇ ਡਿਵੈਲਪ ਹੋ ਰਹੀ ਹੈ, ਤਾਂ ਉਹਨਾਂ ਨੇ ਟਰਾਇਲ ਰੂਮਸ ਨੇ ਵੀ ਆਪਣੀ ਪਹਿਚਾਣ ਚੇਂਜ ਕਰ ਲਿੱਤੀ ਹੈ। ਹੁਣ ਕੀ ਹੋ ਰਿਹਾ ਕਿ ਟਰਾਇਲ ਰੂਮਸ ਪਿਛਲੀ ਬਚੀ ਹੋਈ ਜਗ੍ਹਾ ਜਾਂ ਸਟੋਰ ਰੂਮ ਨਾਲੋਂ, ਉਹਦੇ ਨਾਲੋਂ ਚੇਂਜ ਹੋ ਕੇ, ਸ਼ਿਫਟ ਹੋ ਕੇ ਕਿੱਥੇ ਆ ਗਏ? ਸਟੋਰ ਦੀ ਫਰੰਟ ਸਾਈਡ ਤੇ ਆ ਗਏ ਹੈ, ਜਿਹੜੇ ਕਿ ਬਹੁਤ ਅੱਜ ਕੱਲ੍ਹ ਟਰਾਇਲ ਰੂਮਸ ਤੇ ਕਾਫੀ ਪੈਸਾ ਖਰਚਿਆ ਜਾਂਦਾ ਹੈ, ਟਰਾਇਲ ਰੂਮਸ ਨੂੰ ਅਟਰੈਕਟਿਵ ਬਣਾਇਆ ਜਾਂਦਾ ਹੈ। ਅਗਰ ਕੋਈ ਬੱਚਿਆਂ ਦਾ ਸ਼ੋਰੂਮ ਹੈ ਜਿੱਥੋਂ ਅਸੀਂ ਬੇਬੀ ਗਾਰਮੈਂਟਸ ਲੈਣੇ ਆ, ਤਾਂ ਉੱਥੇ ਕੀ ਹੁੰਦਾ ਕਿ ਬੱਚਿਆਂ ਦੇ ਅਕੋਰਡਿੰਗਲੀ ਟਰਾਇਲ ਰੂਮਸ ਦੇ ਵਿੱਚ, ਚੇਂਜਿੰਗ ਰੂਮਸ ਦੇ ਵਿੱਚ ਉਹਨਾਂ ਦੇ ਲਈ ਸਪੈਸ਼ਲੀ ਕਾਰਟੂਨਸ ਬਣਾਏ ਜਾਂਦੇ, ਬੱਚਿਆਂ ਨੂੰ ਅਟਰੈਕਟ ਕਰਨ ਲਈ ਕਲਰਫੁਲ ਟਰਾਇਲ ਰੂਮਸ ਬਣਾਏ ਜਾਂਦੇ ਆ। ਲੇਡੀਜ਼, ਜਿਹੜਾ ਲੇਡੀਜ਼ ਦਾ ਟਰਾਇਲ ਰੂਮ ਹੁੰਦਾ ਉੱਥੇ ਲੇਡੀਜ਼ ਦੇ ਨਾਲ ਰਿਲੇਟਿਡ ਜਿਹੜੀਆਂ ਹੈਗੀਆਂ
ਉਹ ਉਸ ਤਰ੍ਹਾਂ ਦੀ ਮਤਲਬ ਗੈਟਅਪ ਤਿਆਰ ਕੀਤੀ ਜਾਂਦੀ ਹੈ। ਅਗਰ ਜੈਂਟਸ ਦਾ ਟ੍ਰਾਇਲ ਰੂਮ ਹੈ ਤਾਂ ਉੱਥੇ ਜੈਂਟਸ ਦੇ ਅਕੋਰਡਿੰਗਲੀ ਉਹਦੀ ਗੈਟਅਪ ਤਿਆਰ ਕੀਤੀ ਜਾਂਦੀ ਹੈ, ਜਿਸ ਨਾਲ ਕਿ ਕਸਟਮਰ ਹੈ ਜਿਹੜਾ ਉਹ ਟ੍ਰਾਇਲ ਰੂਮ ਦੇ ਵੱਲ ਅਟਰੈਕਟ ਹੋਵੇ। ਹੁਣ ਅਸੀਂ ਗੱਲ ਕਰਦੇ ਹਾਂ ਕਿ ਟ੍ਰਾਇਲ ਰੂਮ ਵਿੱਚ ਸਾਨੂੰ ਕਿਹੜੀਆਂ ਚੀਜ਼ਾਂ ਦੀ ਜ਼ਰੂਰਤ ਪੈਂਦੀ ਹੈ। essentials of trial room। ਟ੍ਰਾਇਲ ਰੂਮ ਵਿੱਚ ਸਭ ਤੋਂ ਪਹਿਲਾਂ ਕੀ ਹੋਣਾ ਚਾਹੀਦਾ ਹੈ? ਜਦੋਂ ਕਿਸੇ ਬੰਦੇ ਨੇ ਟਰਾਈ ਕਰਨਾ ਕੋਈ ਵੀ ਕੱਪੜਾ ਤਾਂ ਸਭ ਤੋਂ ਪਹਿਲਾਂ ਉੱਥੇ ਇੱਕ ਮਿਰਰ ਹੋਣਾ ਚਾਹੀਦਾ। ਮਿਰਰ ਫੁੱਲ ਸਾਈਜ਼ ਦਾ ਹੋਣਾ ਚਾਹੀਦਾ ਤਾਂ ਜੋ ਕਸਟਮਰ ਹੈ ਜਿਹੜਾ ਉਹ ਆਪਣੀ ਪ੍ਰੋਪਰ ਫੁੱਲ ਆਊਟਲੁੱਕ ਮਿਰਰ ਦੇ ਵਿੱਚ ਦੇਖ ਸਕੇ। ਇਸ ਦੇ ਨਾਲ ਹੀ ਮਿਰਰ ਜਿਹੜਾ ਸਾਡਾ ਟ੍ਰਾਇਲ ਰੂਮ ਦਾ ਕੈਬਿਨ ਹੈ ਉਹਦੇ ਚਾਰੋਂ ਪਾਸੇ ਮਿਰਰ ਹੋਣੇ ਚਾਹੀਦੇ ਆ ਤਾਂ ਜੋ ਜਿਹੜਾ ਕਸਟਮਰ ਹੈ ਆਪਣੀ ਲੈਫਟ ਸਾਈਡ, ਆਪਣੀ ਰਾਈਟ ਸਾਈਡ, ਆਪਣੀ ਬੈਕ ਸਾਈਡ ਹਰ ਚੀਜ਼ ਤੋਂ ਜਿਹੜਾ ਗਾਰਮੈਂਟ ਪਰਚੇਸ ਕੀਤਾ ਉਹਦੀ ਇੱਕ ਲੁੱਕ ਲੈ ਸਕੇ ਕਿ ਮੇਰੀ ਗੈਟਅਪ ਉਸ ਡਰੈਸ ਦੇ ਵਿੱਚ ਕਿਹੋ ਜਿਹੀ ਲੱਗ ਰਹੀ ਹੈ। ਨੰਬਰ 2 ਇਹ ਪੈਨਸਿਲ ਹੋਣੀ ਚਾਹੀਦੀ ਹੈ। ਪੈਨਸਿਲ ਦੀ ਜ਼ਰੂਰਤ ਕਿਸ ਨੂੰ ਹੁੰਦੀ ਹੈ? ਜਿਸ ਤੋਂ ਅਸੀਂ ਕੱਪੜਾ ਪਰਚੇਸ ਕਰ ਰਹੇ ਹਾਂ, ਅਗਰ ਸਾਨੂੰ ਉਸ ਦੇ ਵਿੱਚ ਕਿਸੇ ਆਲਟਰੇਸ਼ਨ ਦੀ ਲੋੜ ਪੈਂਦੀ ਹੈ ਤਾਂ ਜਿਹੜਾ ਸਾਡਾ ਸ਼ੌਪਕੀਪਰ ਹੋਏਗਾ ਜਾਂ ਸਾਡੀ ਬੁਟੀਕ ਹੈ ਜਾਂ ਟੇਲਰ ਸ਼ੌਪ ਹੈ ਤਾਂ ਉਹਦੇ ਵਿੱਚ ਜਿਹੜਾ ਸਾਡਾ ਸ਼ੌਪਕੀਪਰ ਹੋਏਗਾ ਅਗਰ ਸਾਈਜ਼ ਵਿੱਚ ਕੁਝ ਵੇਰੀਏਸ਼ਨਸ ਕਰਨੀਆਂ ਤਾਂ ਉਹ ਨੋਟ ਕਰੇਗਾ। ਨੰਬਰ 3 ਤੇ ਸਾਡੇ ਕੋਲ ਕਸਟਮਰ ਲਈ ਚਾਹੀਦਾ ਚੇਅਰ ਐਂਡ ਸਟੂਲ ਤਾਂ ਜੋ ਕਨਵੀਨੀਐਂਟਲੀ ਜਿਹੜਾ ਸਾਡਾ ਕਸਟਮਰ ਹੈ ਜਿਸਨੇ ਚੇਂਜ ਓਵਰ ਕਰਨਾ ਹੈ ਉਹ ਚੇਅਰ ਤੇ ਬੈਠ ਕੇ ਆਰਾਮ ਨਾਲ ਆਪਣੇ ਕੱਪੜੇ ਜਿਹੜੇ ਹੈ ਉਹ ਚੇਂਜ ਕਰਕੇ ਟਰਾਈ ਕਰ ਸਕੇ। ਨੰਬਰ 4 ਤੇ ਹੈ ਮਿਰਰਿੰਗ ਟੇਪ। ਮਿਰਰਿੰਗ ਟੇਪ ਦੀ ਵੀ ਜ਼ਰੂਰਤ ਆਲਟਰੇਸ਼ਨਸ ਲਈ ਹੀ ਪੈਣੀ ਹੈ। ਅਗਰ ਕੋਈ ਬੁਟੀਕ ਦਾ ਓਨਰ ਹੈ ਜਾਂ ਸਾਡਾ ਸ਼ੌਪਕੀਪਰ ਹੈ ਜਾਂ ਸ਼ੋਰੂਮ ਵਾਲਾ ਉਹਨਾਂ ਨੇ ਅੱਗੇ ਟੇਲਰਸ ਰੱਖੇ ਹੁੰਦੇ ਆ, ਅਗਰ ਆਲਟਰੇਸ਼ਨਸ ਕਰਨੀਆਂ ਤਾਂ ਉਹ ਕਸਟਮਰ ਦਾ ਪ੍ਰੋਪਰ ਸਾਈਜ਼ ਲੈ ਕੇ ਉਸਨੂੰ ਨੋਟ ਕਰ ਲੈਂਦੇ ਆ। ਨੈਕਸਟ ਹੈ ਸਾਡੇ ਕੋਲ ਹੈਂਗਰਸ। ਹੈਂਗਰਸ ਦਾ ਹੋਣਾ ਟ੍ਰਾਇਲ ਰੂਮ ਦੇ ਵਿੱਚ ਬਹੁਤ ਜ਼ਰੂਰੀ ਹੈ। ਇੱਕ ਤਾਂ ਜਿੰਨੀਆਂ ਡਰੈਸਿਸ ਅਸੀਂ ਟਰਾਈ ਕਰਨੀਆਂ ਉਹ ਸਾਰੀਆਂ ਹੈਂਗਰਸ ਵਿੱਚ ਹੀ ਹੁੰਦੀਆਂ ਤਾਂ ਉਹ ਹੈਂਗਰਸ ਨੂੰ ਹੈਂਗ ਕਰਨ ਲਈ ਉੱਥੇ ਪ੍ਰੋਪਰ ਸਪੇਸ ਹੋਣੀ ਚਾਹੀਦੀ ਹੈ। ਔਰ ਜਿਹੜੇ ਕਸਟਮਰਸ ਨੇ ਕੱਪੜੇ ਚੇਂਜ ਕਰਨੇ ਆ ਤਾਂ ਉਹਦੇ ਜਿਹੜੇ ਕਸਟਮਰ ਦੇ ਕੱਪੜੇ ਆ ਉਹਦੇ ਲਈ ਉੱਥੇ ਇੱਕ ਪ੍ਰੋਪਰ ਹੁਕਸ ਹੋਣੀਆਂ ਚਾਹੀਦੀਆਂ ਤਾਂ ਜੋ ਟ੍ਰਾਇਲ ਰੂਮ ਵਿੱਚ ਇੱਧਰ ਉੱਧਰ ਖਿਲਾਰਾ ਨਾ ਪੈ ਸਕੇ। ਨੈਕਸਟ ਤੇ ਹੈ ਸਾਡੇ ਕੋਲ ਡੰਮੀ। ਡੰਮੀ ਵੀ ਹੋਣੀ ਟ੍ਰਾਇਲ ਰੂਮ ਦੇ ਵਿੱਚ ਬਹੁਤ ਜ਼ਿਆਦਾ ਜ਼ਰੂਰੀ ਹੈ। ਉਸ ਤੋਂ ਨੈਕਸਟ ਹੈ ਸਾਡੇ ਕੋਲ ਰਿਕਾਰਡ ਬੁੱਕ। ਅਗਰ ਕਸਟਮਰ ਨੇ ਵੇਰੀਏਸ਼ਨਸ ਕਰਵਾਉਣੀਆਂ ਹੈ ਤਾਂ ਟ੍ਰਾਇਲ ਰੂਮ ਦੇ ਵਿੱਚ ਇੱਕ ਰਿਕਾਰਡ ਬੁੱਕ ਹੁੰਦੀ ਹੈ ਸਾਰਿਆਂ ਕੋਲ। ਅਗਰ ਕੋਈ ਬੁਟੀਕ ਦਾ ਓਨਰ ਹੈ ਜਾਂ ਕੋਈ ਸ਼ੋਰੂਮ ਹੈ ਉੱਥੇ ਉਹਨਾਂ ਕੋਲ ਇੱਕ ਰਿਕਾਰਡ ਬੁੱਕਸ ਹੁੰਦੀਆਂ ਜਿਸ ਦੇ ਵਿੱਚ ਕਿ ਪਰਟੀਕੂਲਰਲੀ ਕਿਸੇ ਵੀ ਕਸਟਮਰ ਦਾ ਬਾਈ ਨੇਮ ਬਾਈ ਸਾਈਜ਼ ਸਭ ਕੁਝ ਉਹਦੇ ਵਿੱਚ ਉਹਦਾ ਰਿਕਾਰਡ ਲਿਖਿਆ ਹੁੰਦਾ ਹੈ। ਜਿਹੜੇ ਪੱਕੇ ਕੰਟੀਨਿਊ ਕਸਟਮਰਸ ਹੁੰਦੇ ਆ ਤਾਂ ਜੋ ਉਹਨਾਂ ਤੋਂ ਬਾਰ-ਬਾਰ ਸਾਨੂੰ ਸਾਈਜ਼ ਲੈਣ ਦੀ ਲੋੜ ਨਾ ਪਵੇ ਤਾਂ ਉਹ ਰਿਕਾਰਡ ਬੁੱਕ ਦਾ ਹੋਣਾ ਬਹੁਤ ਜ਼ਿਆਦਾ ਜ਼ਰੂਰੀ ਹੈ। ਐਂਡ ਲਾਸਟ ਇਜ਼ ਕੌਮ। ਕੌਮ ਵੀ ਬਹੁਤ ਜ਼ਿਆਦਾ ਜ਼ਰੂਰੀ ਹੈ ਟ੍ਰਾਇਲ ਰੂਮ ਦੇ ਵਿੱਚ ਕਿਉਂਕਿ ਕਸਟਮਰ ਜਦੋਂ ਆਪਣੀਆਂ ਡਰੈਸਿਸ ਨੂੰ ਟਰਾਈ ਕਰਕੇ ਦੇਖਦਾ ਹੈ ਤਾਂ ਉਹ ਉਤਾਰਨ ਤੇ ਡਰੈਸਿਸ ਨੂੰ ਵੇਅਰ ਕਰਨ ਵੇਲੇ ਉਹਦੇ ਵਾਲ ਖਰਾਬ ਹੋ ਜਾਂਦੇ ਆ ਤਾਂ ਇਹ ਸਾਰੀਆਂ ਫੈਸਿਲਿਟੀਜ਼ ਸਾਨੂੰ ਟ੍ਰਾਇਲ ਰੂਮ ਦੇ ਵਿੱਚ ਕਸਟਮਰਸ ਨੂੰ ਦੇਣੀਆਂ ਚਾਹੀਦੀਆਂ ਤਾਂ ਜੋ ਸਾਡਾ ਕਸਟਮਰ ਅੱਛੇ ਮੂਡ ਦੇ ਨਾਲ ਡਰੈਸਿਸ ਟਰਾਈ ਕਰੇ। ਇਸ ਤੋਂ ਬਿਨਾਂ ਸਾਡੇ ਕੋਲ ਟ੍ਰਾਇਲ ਰੂਮਸ ਵਿੱਚ ਅਲੱਗ-ਅਲੱਗ ਤਰ੍ਹਾਂ ਦੀਆਂ ਡੰਮੀਜ਼ ਹੋਣੀਆਂ ਚਾਹੀਦੀਆਂ ਜਿਸ ਤੋਂ ਕਿ ਜਦੋਂ ਅਸੀਂ ਕੋਈ ਵੀ ਪ੍ਰੋਡਕਟ ਤਿਆਰ ਕਰਦੇ ਹਾਂ ਜਾਂ ਸਟੈਂਡਰਡ ਸਾਈਜ਼ਸ ਦੇ ਜਿਹੜੇ ਗਾਰਮੈਂਟਸ ਹੁੰਦੇ ਆ ਕਿਸੇ ਵੀ ਸ਼ੋਰੂਮ 'ਚ ਉਹ ਅਸੀਂ ਡੰਮੀਜ਼ ਤੇ ਡਿਸਪਲੇ ਕਰਕੇ ਦੱਸ ਸਕਦੇ ਹਾਂ ਜਾਂ ਕਈ ਕਸਟਮਰਸ ਦੇ ਸਾਈਜ਼ ਜਿਹੜੇ ਹੁੰਦੇ ਆ ਉਹ ਡੰਮੀਜ਼ ਦੇ ਨਾਲ ਮੈਚ ਕਰਦੇ ਆ। ਸਾਡੇ ਕੋਲ ਸ਼ੋਰੂਮ ਦੇ ਵਿੱਚ ਹਰ ਤਰ੍ਹਾਂ ਦੀ ਡੰਮੀ ਹੋਣੀ ਚਾਹੀਦੀ ਹੈ। ਚਿਲਡਰਨ ਔਰ ਲੇਡੀਜ਼ ਐਂਡ ਜੈਂਟਸ ਹਰ ਤਰ੍ਹਾਂ ਦੀ ਡੰਮੀ ਹੋਣੀ ਚਾਹੀਦੀ ਹੈ ਔਰ ਇਸ ਨਾਲ ਅਸੀਂ ਵਧੀਆ ਤਰੀਕੇ ਨਾਲ ਜਿਹੜੇ ਸਾਡੀਆਂ ਬੈਸਟ ਕ੍ਰੀਏਸ਼ਨਸ ਹੁੰਦੀਆਂ ਉਹਨਾਂ ਨੂੰ ਆਪਾਂ ਡਿਸਪਲੇ ਵੀ ਕਰ ਸਕਦੇ ਹਾਂ। ਹੁਣ ਅਸੀਂ ਗੱਲ ਕਰਦੇ ਹਾਂ ਟਾਈਪਸ ਆਫ ਟ੍ਰਾਇਲ ਰੂਮਸ ਬਾਰੇ ਕਿ ਟ੍ਰਾਇਲ ਰੂਮਸ ਕਿਸ ਤਰ੍ਹਾਂ ਦੇ ਹੁੰਦੇ ਹਨ। Trial rooms are small cabin where clothes can be changed in privacy. Trial rooms ਇੱਕ small cabin ਦੀ ਤਰ੍ਹਾਂ ਹੁੰਦਾ ਹੈ ਜਿੱਥੇ ਕਿ ਕੱਪੜੇ privacy ਦੇ ਵਿੱਚ change ਕੀਤੇ ਜਾਂਦੇ ਆ। Number 2 is changing rooms are usually gender specific spaces where clothes are changed and stored in lockers. Changing rooms ਆਮ ਤੌਰ ਤੇ ਜੈਂਡਰ ਦੇ ਨਾਲ ਸਪੈਸੀਫਿਕ ਸਪੇਸਿਸ ਹੁੰਦੇ ਆ ਲਾਈਕ ਜਿਵੇਂ ਲੇਡੀਜ਼ ਦੀ ਅਲੱਗ ਚੇਂਜਿੰਗ ਰੂਮ ਹੋ ਗਿਆ, ਜੈਂਟਸ ਦੀ ਅਲੱਗ ਚੇਂਜਿੰਗ ਰੂਮ ਹੋ ਗਿਆ। ਲਾਈਕ ਜਿਵੇਂ ਆਪਾਂ ਕਿਸੇ ਜਿਮ ਦੀ ਜਾਂ
ਕਿਸੇ ਵਾਟਰ ਪਾਰਕਸ ਦੀ ਜ਼ਰੂਰਤ ਕਰੀਏ ਉੱਥੇ ਵੀ ਇਹ ਸਾਰੇ ਚੇਂਜਿੰਗ ਰੂਮਸ ਹੁੰਦੇ ਆ। They are often used for swimming or other sporting purposes. They are open spaces include toilets, sinks and showers. Okay, ਸਾਰੀਆਂ facilities ਵੀ ਪਬਲਿਕ ਨੂੰ ਕਸਟਮਰਸ ਨੂੰ ਦਿੱਤੀਆਂ ਜਾਂਦੀਆਂ ਜਿਨ੍ਹਾਂ ਵਿੱਚ ਕਿ ਸਿੰਕ, ਸ਼ਾਵਰ ਐਂਡ ਟਾਇਲਟਸ ਵੀ ਹੁੰਦੇ ਹਨ। And the third one is fitting rooms or dressing rooms are usually small single user cubicles where a person may try on clothes. ਇਹ ਜਿਹੜੇ ਫਿਟਿੰਗ ਰੂਮ, ਚੇਂਜਿੰਗ ਰੂਮ ਬਣੇ ਹੁੰਦੇ ਆ ਇਹ ਸਿੰਗਲ ਯੂਜ਼ਰ ਵਾਸਤੇ ਹੀ ਹੁੰਦੇ ਆ, ਮਤਲਬ ਕਿ ਇੱਕ ਟਾਈਮ ਤੇ ਇੱਕੋ ਹੀ ਪਰਸਨ ਇੱਕ ਕੈਬਿਨ ਨੂੰ ਯੂਜ਼ ਕਰ ਸਕਦਾ ਹੈ। ਉੱਥੇ ਬਹੁਤ ਸਾਰੇ ਫਿਟਿੰਗ ਰੂਮਸ ਤੇ ਬਹੁਤ ਸਾਰੇ ਡਰੈਸਿੰਗ ਰੂਮ ਹੋ ਸਕਦੇ ਆ ਜਿਸ ਵਿੱਚ ਕਿ ਅਲੱਗ-ਅਲੱਗ ਕਸਟਮਰਸ ਅਲੱਗ-ਅਲੱਗ ਰੂਮਸ ਨੂੰ ਯੂਜ਼ ਕਰ ਸਕਦੇ ਆ। These are often found at retail stores where one would want to try on clothes before purchasing them. ਇਹ ਅਕਸਰ ਸਾਨੂੰ ਰਿਟੇਲ ਸਟੋਰਸ ਵਿੱਚ ਮਿਲ ਜਾਂਦੇ ਆ ਜਿੱਥੇ ਕਿ ਕਸਟਮਰਸ ਨੇ ਕੱਪੜੇ ਨੂੰ ਖਰੀਦਣ ਤੋਂ ਪਹਿਲਾਂ ਉਸ ਨੂੰ ਟਰਾਈ ਕਰਨਾ ਹੁੰਦਾ ਹੈ। ਹੁਣ ਅਸੀਂ ਗੱਲ ਕਰਾਂਗੇ ਕਿ ਫਿਟਿੰਗ ਰੂਮ ਵਿੱਚ ਜਾਂ ਟਰਾਈ ਰੂਮ ਵਿੱਚ ਜਦੋਂ ਅਸੀਂ ਜਾਂਦੇ ਹਾਂ ਉੱਥੇ ਸਾਨੂੰ ਕੁਝ ਐਟੀਕੇਟਸ ਯੂਜ਼ ਕਰਨੇ ਚਾਹੀਦੇ ਆ ਜਿਨ੍ਹਾਂ ਨੂੰ ਫੋਲੋ ਕਰਨਾ ਸਾਡੇ ਲਈ ਜਾਂ ਕਿਸੇ ਵੀ ਕਸਟਮਰ ਲਈ ਬਹੁਤ ਜ਼ਿਆਦਾ ਜ਼ਰੂਰੀ ਹੈ। ਉਹਨਾਂ ਵਿੱਚ ਸਭ ਤੋਂ ਪਹਿਲਾਂ ਆਉਂਦਾ ਹੈ ਡੋਂਟ ਬ੍ਰਿੰਗ ਟੂ ਮਚ ਟੂ ਅ ਡਰੈਸਿੰਗ ਰੂਮ ਇਫ ਯੂਰ ਆਰਮ ਸਟਾਰਟਸ ਹਰਟਿੰਗ ਫਰੋਮ ਦਾ ਨੰਬਰ ਆਫ ਕਲੌਥਸ। ਸਾਨੂੰ ਡਰੈਸਿੰਗ ਰੂਮ ਦੇ ਵਿੱਚ ਇੱਕ ਲਿਮਿਟ ਵਿੱਚ ਹੀ ਡਰੈਸਿਸ ਲੈ ਕੇ ਜਾਣੀਆਂ ਚਾਹੀਦੀਆਂ ਜਾਂ ਕੋਈ ਵੀ ਕੱਪੜਾ ਜਿਹੜਾ ਗਾਰਮੈਂਟ ਅਸੀਂ ਖਰੀਦਿਆ ਬਹੁਤ ਜ਼ਿਆਦਾ ਨਹੀਂ ਲੈ ਕੇ ਜਾਣਾ ਚਾਹੀਦਾ। Put the clothes you tried on hangers. The most annoying thing you could do for the sales associate is leaving clothes strewn all around the dressing room, inside out and on the floor. ਸਾਨੂੰ ਜਿਹੜੇ ਕੱਪੜੇ ਅਸੀਂ ਟਰਾਈ ਕਰਦੇ ਆ ਉਹਨਾਂ ਨੂੰ ਨਾਲ ਦੀ ਨਾਲ ਹੈਂਗਰਸ ਉੱਤੇ ਹੈਂਗ ਕਰ ਦੇਣਾ ਚਾਹੀਦਾ। ਜਿਹੜੀ ਸਭ ਤੋਂ ਫਰਸਟ੍ਰੇਟਿੰਗ ਥਿੰਗ ਕੀ ਹੁੰਦੀ ਹੈ ਉਹਦੇ ਵਿੱਚ ਟਰਾਈ ਰੂਮ ਦੇ ਵਿੱਚ ਕਿ ਲੋਕੀ ਆਉਂਦੇ ਆ ਕੱਪੜੇ ਉਤਾਰਦੇ ਆ ਡਰੈਸਿੰਗ ਰੂਮ ਦੇ ਵਿੱਚ ਇੱਧਰ ਉੱਧਰ ਸੁੱਟ ਦਿੰਦੇ ਆ, ਕਈ ਫਰਸ਼ ਦੇ ਉੱਤੇ ਸੁੱਟ ਦਿੰਦੇ ਆ ਜਾਂ ਫਿਰ ਜਦੋਂ ਉਹਨਾਂ ਨੇ ਟਰਾਈ ਕੀਤਾ ਕੋਈ ਕੱਪੜਾ ਤਾਂ ਉਹ ਉਹਨਾਂ ਨੂੰ ਪੁੱਠੇ ਹੀ ਛੱਡ ਦਿੰਦੇ ਨੇ ਭਾਵ ਕਿ ਜਦੋਂ ਗਾਰਮੈਂਟ ਨੂੰ ਟਰਾਈ ਕੀਤਾ ਉਹਨਾਂ ਨੂੰ ਸਿੱਧਾ ਕਰਨਾ ਵੀ ਆਪਣੀ ਰਿਸਪੌਂਸਿਬਿਲਿਟੀ ਨਹੀਂ ਸਮਝਦੇ। ਉਹ ਚੀਜ਼ ਦੇਖਣ ਵਿੱਚ ਅਨਸਿਵਿਲਾਈਜ਼ਡ ਲੱਗਦੀ ਹੈ। You can leave the clothes in the dressing room for the sales associate to get, but if you know where you got them, you can put it back. ਤੁਹਾਨੂੰ ਵੈਸੇ ਤਾਂ ਡਰੈਸਿੰਗ ਰੂਮ ਵਿੱਚ ਕੱਪੜੇ ਉੱਥੇ ਹੀ ਰੱਖ ਦੇਣੇ ਚਾਹੀਦੇ ਆ ਪ੍ਰੋਪਰ ਵੇ ਨਾਲ ਹੈਂਗ ਕਰਕੇ ਹੈਂਗਰਸ ਤੇ ਸੇਲਸ ਐਸੋਸੀਏਟ ਉਹਨਾਂ ਨੂੰ ਲੈ ਲੈਂਦੇ ਨੇ। ਬਟ ਜੇ ਸਾਨੂੰ ਪਤਾ ਹੈ ਕਿ ਇਹ ਕੱਪੜੇ ਅਸੀਂ ਕਿੱਥੋਂ ਲਏ ਹੈ ਕਿਉਂਕਿ ਚੂਜ਼ ਅਸੀਂ ਕੀਤੇ ਆ ਤਾਂ ਸਾਨੂੰ ਇਹ ਪਤਾ ਹੋਏਗਾ ਕਿ ਕੱਪੜੇ ਅਸੀਂ ਕਿੱਥੋਂ ਪਿਕ ਕੀਤੇ ਆ ਤਾਂ ਸਾਨੂੰ ਅਗਰ ਸਾਡੇ ਸਾਈਜ਼ ਨਹੀਂ ਪ੍ਰੋਪਰ ਆਇਆ ਤਾਂ ਸਾਨੂੰ ਦੁਬਾਰਾ ਕੱਪੜਿਆਂ ਨੂੰ ਉੱਥੇ ਹੀ ਰੱਖ। Next point है don't be afraid to ask where the nearest fitting room is because in big stores there will be multiple dressing rooms in different sections. If in doubt ask someone where it is. ਸਾਨੂੰ ਕਦੇ ਵੀ ਇਹ ਪੁੱਛਣ ਤੋਂ ਝਿਜਕਣਾ ਨਹੀਂ ਚਾਹੀਦਾ ਕਿ ਫਿਟਿੰਗ ਰੂਮ ਕਿੱਥੇ ਹੈ ਕਿਉਂਕਿ ਬਹੁਤ ਜ਼ਿਆਦਾ ਜਿਹੜੇ ਵੱਡੇ ਵੱਡੇ ਸਟੋਰਸ ਹੈ ਲਾਈਕ ਮਾਲਸ ਦੇ ਵਿੱਚ ਕੰਪਨੀਜ਼ ਦੇ ਵੱਡੇ ਵੱਡੇ ਸਟੋਰਸ ਹੁੰਦੇ ਉੱਥੇ ਕਈ ਵਾਰ ਨਹੀਂ ਪਤਾ ਲੱਗਦਾ ਕਿ ਫਿਟਿੰਗ ਰੂਮ ਕਿੱਥੇ ਹੈ ਜਾਂ ਫਿਰ ਅਗਰ ਇੱਕ ਫਿਟਿੰਗ ਰੂਮ ਜਾਂ ਇੱਕ ਟ੍ਰਾਇਲ ਰੂਮ ਹੋਵੇ ਤਾਂ ਉੱਥੇ ਰਸ਼ ਹੋ ਸਕਦਾ ਹੈ। ਉੱਥੇ ਕਈ ਜਗ੍ਹਾ ਤੇ ਅਲੱਗ-ਅਲੱਗ ਜਗ੍ਹਾ ਤੇ ਅਲੱਗ-ਅਲੱਗ ਡਰੈਸਿੰਗ ਰੂਮਸ ਬਣੇ ਹੁੰਦੇ ਆ ਅਲੱਗ-ਅਲੱਗ ਸੈਕਸ਼ਨਸ ਦੇ ਵਿੱਚ ਤਾਂ ਸਾਨੂੰ ਇਹ ਪੁੱਛਣ ਵਿੱਚ ਝਿਜਕ ਨਹੀਂ ਕਰਨੀ ਚਾਹੀਦੀ ਸਾਨੂੰ ਕਿਸੇ ਨੂੰ ਪੁੱਛ ਲੈਣਾ ਚਾਹੀਦਾ। And the last one is don't be rude. ਸਾਨੂੰ ਔਖੇ ਹੋ ਕੇ ਨਹੀਂ ਬੋਲਣਾ ਚਾਹੀਦਾ। It is good to ask for help if you need anything concerning clothing or help to get something off. ਸਾਨੂੰ ਇਹ ਪੁੱਛਣਾ ਚੰਗਾ ਹੋਏਗਾ ਅਗਰ ਸਾਨੂੰ ਕਿਸੇ ਚੀਜ਼ ਦੀ ਜ਼ਰੂਰਤ ਹੈ ਬਟ ਸਾਨੂੰ ਜਿਹੜੇ ਉੱਥੇ ਰਿਟੇਲ ਵਰਕਰਸ ਹੁੰਦੇ ਆ ਸੇਲਸਮੈਨ ਹੁੰਦੇ ਆ ਉਹਨਾਂ ਨਾਲ ਰਿਊਡ ਨਹੀਂ ਬੋਲਣਾ ਚਾਹੀਦਾ। That is what a retail worker is there for. ਉਹ ਉੱਥੇ ਸਾਡੇ ਵਾਸਤੇ ਹੀ ਹੁੰਦੇ ਆ। A sales associate must deal with the public every day ਕਿਉਂਕਿ ਜਿਹੜਾ ਸੇਲ ਐਸੋਸੀਏਟ ਹੈ ਉਸਨੇ ਪਬਲਿਕ ਨਾਲ ਹਰ ਰੋਜ਼ ਡੀਲ ਕਰਨਾ ਹੁੰਦਾ ਹੈ ਇਸ ਕਰਕੇ ਸਾਨੂੰ ਉਹਦੇ ਨਾਲ ਪੇਸ਼ੈਂਸ ਤੇ ਕਾਈਂਡਨੈਸ ਨਾਲ ਗੱਲ ਕਰਨੀ ਚਾਹੀਦੀ ਹੈ ਭਾਵ ਕਿ ਸਾਨੂੰ ਉਹਦੇ ਨਾਲ ਪਿਆਰ ਨਾਲ ਤੇ ਪੇਸ਼ੈਂਸ ਨਾਲ ਗੱਲ ਕਰਨੀ ਚਾਹੀਦੀ ਹੈ। ਸਾਨੂੰ ਆਪਣਾ ਗੁੱਸਾ ਉਹਦੇ ਤੇ ਨਹੀਂ ਉਤਾਰਨਾ ਚਾਹੀਦਾ। ਹੁਣ ਅਸੀਂ ਗੱਲ ਕਰਦੇ ਹਾਂ ਕਿ ਟ੍ਰਾਇਲ ਰੂਮ ਸਾਡਾ
ਹਾਈਜੀਨਿਕ ਵੀ ਹੋਣਾ ਚਾਹੀਦਾ ਹੈ। ਜਿਵੇਂ ਅੱਜ ਕੱਲ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਹੈ ਕਿ COVID-19 ਚੱਲ ਰਿਹਾ ਹੈ। ਇਨ ਕੇਸ ਅਗਰ ਅਸੀਂ ਕਿਤੇ ਸ਼ਾਪਿੰਗ ਕਰਨ ਜਾਂਦੇ ਹਾਂ ਤਾਂ ਉੱਥੇ ਰੱਖਣ ਦੀ ਜ਼ਰੂਰਤ ਹੈ। To ensure the hygiene of trial room, retailers must avoid ignoring the important parameters of having a trial room. ਜਿਹੜੇ ਟ੍ਰਾਇਲ ਰੂਮ ਹੈ ਉਹਦੀ ਹਾਈਜੀਨ ਵੱਲ ਧਿਆਨ ਰੱਖਣ ਲਈ ਕਈ ਵਾਰ ਜਿਹੜੇ ਰਿਟੇਲਰਸ ਹੈ ਉਹ ਕਈ ਵਾਰ ਇਹਨਾਂ ਚੀਜ਼ਾਂ ਨੂੰ ਜਿਹੜੇ ਇੰਪੋਰਟੈਂਟ ਪੈਰਾਮੀਟਰਸ ਹੈ ਇਹਨਾਂ ਨੂੰ ਇਗਨੋਰ ਕਰ ਦਿੰਦੇ ਆ। They must make sure that the value and benefits attached to a trial room is not compromised. But ਉਹਨਾਂ ਨੂੰ ਇਹ ਧਿਆਨ ਰੱਖਣਾ ਚਾਹੀਦਾ ਕਿ ਜਿਹੜੀ ਵੈਲਿਊ ਹੈ ਤੇ ਬੈਨੀਫਿਟਸ ਹੈ ਟ੍ਰਾਇਲ ਰੂਮ ਦੇ ਨਾਲ ਜੁੜੇ ਹੋਏ ਉਹਨਾਂ ਨੂੰ ਕੰਪਰੋਮਾਈਜ਼ ਨਹੀਂ ਕਰਨਾ ਚਾਹੀਦਾ, ਕਿਉਂਕਿ ਜਿਹੜੇ ਕਸਟਮਰਸ ਹੈ ਉਹ ਉਹਨਾਂ ਦੇ ਪ੍ਰੋਡਕਟਸ ਤਾਂ ਹੀ ਬਾਏ ਕਰਨਗੇ ਅਗਰ ਉਹ ਆਪਣੀ ਜਿਹੜੀ ਗਾਰਮੈਂਟਸ ਹੈ ਉਹਨਾਂ ਦੀ ਫਿਟਿੰਗ ਤੋਂ ਸੈਟੀਸਫਾਈਡ ਹੋਣਗੇ, ਔਰ ਜਿਹੜੇ ਰਿਟੇਲਰਸ ਆ ਉਹਨਾਂ ਨੂੰ ਬੈਨੀਫਿਟ ਵੀ ਤਾਂ ਹੀ ਹੋਏਗਾ ਅਗਰ ਕਸਟਮਰ ਖੁਸ਼ ਹੋਏਗਾ ਆਪਣੀ ਫਿਟਿੰਗ ਦੇ ਨਾਲ, ਆਪਣੀ ਚੋਇਸ ਦੇ ਨਾਲ, ਆਪਣੇ ਗਾਰਮੈਂਟਸ ਦੇ ਨਾਲ। ਬਟ ਅੱਜ ਕੱਲ ਕੋਵਿਡ ਦੇ ਚਲਦੇ ਹੋਏ ਜਿਵੇਂ ਗਵਰਨਮੈਂਟ ਨੇ ਕਾਫੀ ਸਟ੍ਰਿਕਟ ਪੈਰਾਮੀਟਰਸ ਸਾਰਿਆਂ ਲਈ ਸੈੱਟ ਕਰ ਦਿੱਤੇ ਆ, ਤਾਂ ਸਾਡੇ ਕੰਟਰੀ ਵਿੱਚ ਕੀ ਚੱਲ ਰਿਹਾ, ਜਿਵੇਂ ਅੱਜ ਕੱਲ ਕੋਈ ਵੀ ਸ਼ਾਪਿੰਗ ਕਰਨ ਜਾ ਰਿਹਾ ਹੈ ਤਾਂ ਉੱਥੇ ਹਰ ਇੱਕ ਪਰਸਨ ਵਾਸਤੇ ਕੰਪਨੀਜ਼ ਨੇ ਸੈੱਟ ਕੀਤਾ ਹੋਇਆ ਹੈ ਕਿ ਤੁਹਾਨੂੰ 3 ਗਾਰਮੈਂਟਸ 3 ਪ੍ਰੋਡਕਟ ਹੀ ਮਿਲਣਗੇ ਟਰਾਈ ਕਰਨ ਲਈ। ਅਗਰ ਜਦੋਂ ਉਹ ਟਰਾਈ ਕਰਦਾ ਹੈ ਇੱਕ ਕਸਟਮਰ ਕੋਈ ਵੀ ਗਾਰਮੈਂਟ ਨੂੰ, ਉਸ ਤੋਂ ਬਾਅਦ ਵਿੱਚ ਉਸਦੇ ਜਿਹੜੇ ਟਰਾਈ ਕੀਤੇ ਹੋਏ ਗਾਰਮੈਂਟਸ ਹੈ ਅਗਰ ਉਹਨੇ ਨਹੀਂ ਪਰਚੇਸ ਕਰਨੇ ਤਾਂ ਉਹਨੂੰ 36 ਆਵਰਸ ਲਈ ਕੁਆਰੰਟਾਈਨ ਕਰ ਦਿੱਤਾ ਜਾਂਦਾ ਉਹਨਾਂ ਕੱਪੜਿਆਂ ਨੂੰ, ਔਰ ਉਸ ਤੋਂ ਬਾਅਦ ਵਿੱਚ ਜਿਹੜਾ ਟਰਾਇਲ ਰੂਮ ਹੈ ਉਸਨੂੰ ਸੈਨੀਟਾਈਜ਼ ਕੀਤਾ ਜਾਂਦਾ ਹੈ, ਔਰ ਉਸ ਤੋਂ ਬਾਅਦ ਵਿੱਚ ਫਿਰ ਨੈਕਸਟ ਕਸਟਮਰ ਨੂੰ ਅੰਦਰ ਐਂਟਰ ਕਰਨ ਜਾਂਦਾ ਹੈ। ਬਟ ਸਾਡਾ ਬ੍ਰਾਂਡ ਹੈਗਾ ਮੈਕਸ ਇੰਡੀਆ, ਮੈਕਸ ਵਾਲਿਆਂ ਨੇ ਤਾਂ ਕਸਟਮਰਸ ਨੂੰ ਸਟ੍ਰਿਕਟਲੀ ਕਹਿ ਦਿੱਤਾ ਹੋਇਆ ਹੈ ਕਿ ਦੇਅਰ ਇਜ਼ ਨੋ ਟਰਾਇਲ ਐਟ ਆਲ। ਉਹਨਾਂ ਨੇ ਕਹਿ ਦਿੱਤਾ ਹੋਇਆ ਹੈ ਕਿ ਤੁਹਾਨੂੰ ਗਾਰਮੈਂਟਸ ਦੇ ਟਰਾਇਲ ਨਹੀਂ ਮਿਲੇਗਾ। ਅਗਰ ਤੁਸੀਂ ਇਹ ਚੀਜ਼ਾਂ ਪਰਚੇਸ ਕਰਨਾ ਚਾਹੁੰਦੇ ਹੋ ਤਾਂ ਤੁਹਾਨੂੰ ਆਪਣਾ ਪਹਿਲਾਂ ਤੋਂ ਹੀ ਸਾਈਜ਼ ਕਨਫਰਮ ਕਰਕੇ ਇਹ ਚੀਜ਼ਾਂ ਤੁਸੀਂ ਪਰਚੇਸ ਕਰ ਸਕਦੇ ਹੋ। Trial rooms should be easily accessible to the consumer at any point of the store. ਹੁਣ ਅਸੀਂ ਟ੍ਰਾਇਲ ਰੂਮ ਬਾਰੇ ਕੁਝ ਗੱਲ ਕਰਦੇ ਹਾਂ ਕਿ ਟ੍ਰਾਇਲ ਰੂਮ ਵਿੱਚ ਕੀ ਕੀ ਹੋਣਾ ਚਾਹੀਦਾ। ਸਭ ਤੋਂ ਪਹਿਲਾਂ ਅਸੀਂ ਗੱਲ ਕਰਦੇ ਹਾਂ ਸਾਈਜ਼ ਆਫ ਦਾ ਟ੍ਰਾਇਲ ਰੂਮ। ਸਾਈਜ਼ ਕਿਸ ਤਰ੍ਹਾਂ ਦਾ ਹੋਣਾ ਚਾਹੀਦਾ? The size of the trial room is of utmost importance. At times, the space of the trial room is so congested that the customer feels suffocated in trying out the products and leave the store without even a single purchase. ਜਿਹੜਾ ਸਾਡਾ ਸਾਈਜ਼ ਹੈ ਟ੍ਰਾਇਲ ਰੂਮ ਦਾ, ਇਹ ਸਭ ਤੋਂ ਜ਼ਿਆਦਾ ਇੰਪੋਰਟੈਂਟ ਹੈ, ਮਹੱਤਵਪੂਰਨ ਹੈ। ਕਈ ਵਾਰ ਕੀ ਹੁੰਦਾ ਹੈ ਕਿ ਟ੍ਰਾਇਲ ਰੂਮਸ ਇੰਨੇ ਛੋਟੇ ਬਣੇ ਹੁੰਦੇ ਆ, ਉਹ ਬਹੁਤ ਜ਼ਿਆਦਾ ਕੰਜਸਟਡ ਹੋ ਜਾਂਦੇ, ਉੱਥੇ ਕਸਟਮਰਸ ਦਾ ਸਾਹ ਲੈਣਾ ਵੀ ਔਖਾ ਹੋ ਜਾਂਦਾ ਹੈ। ਜਿੱਥੇ ਉਹਨੂੰ ਇੰਨੀ ਸਫੋਕੇਸ਼ਨ ਲੱਗੇਗੀ ਉੱਥੇ ਉਹ ਆਪਣੇ ਪ੍ਰੋਡਕਟਸ ਨੂੰ ਕੰਫਰਟੇਬਲੀ ਟਰਾਈ ਨਹੀਂ ਕਰ ਸਕਦਾ, ਔਰ ਬਿਨਾਂ ਕੋਈ ਵੀ ਚੀਜ਼ ਪਰਚੇਸ ਕਰਨ ਤੋਂ ਉਹ ਸਟੋਰ ਨੂੰ ਛੱਡ ਕੇ ਚਲਾ ਜਾਏਗਾ। ਸੋ ਸਾਨੂੰ ਜਿਹੜੇ ਰਿਟੇਲਰਸ ਆ ਉਹਨਾਂ ਨੂੰ ਜਿਹੜਾ ਟ੍ਰਾਇਲ ਰੂਮ ਹੈ ਉਹਦੇ ਸਾਈਜ਼ ਉੱਤੇ ਧਿਆਨ ਦੇਣਾ ਚਾਹੀਦਾ। ਘੱਟੋ ਘੱਟ 4x6 ਦਾ ਇੱਕ ਟ੍ਰਾਇਲ ਰੂਮ ਹੋਣਾ ਚਾਹੀਦਾ। ਇੰਟੀਰੀਅਰਸ ਆਫ ਟ੍ਰਾਇਲ ਰੂਮ, ਟ੍ਰਾਇਲ ਰੂਮ ਦੇ ਇੰਟੀਰੀਅਰਸ ਕਿਹੋ ਜਿਹੇ ਹੋਣੇ ਚਾਹੀਦੇ ਆ? Apparel brands are doing the interiors in an innovative way nowadays. ਅੱਜਕੱਲ apparel brands ਕੀ ਕਰਦੇ ਆ, ਜਿਹੜੇ ਟ੍ਰਾਇਲ ਰੂਮਸ ਆ ਉਹਨਾਂ ਦੇ ਇੰਟੀਰੀਅਰਸ ਨੂੰ ਬੜੇ ਇਨੋਵੇਟਿਵ ਵੇ ਦੇ ਨਾਲ ਬਣਾਉਂਦੇ ਆ ਤਾਂ ਜੋ ਕਸਟਮਰਸ ਅਟਰੈਕਟ ਹੋਣ ਔਰ ਕੰਫਰਟੇਬਲੀ ਟਰਾਈ ਕਰਕੇ ਜਿਹੜੇ ਪ੍ਰੋਡਕਟਸ ਆ ਉਹਨਾਂ ਨੂੰ ਪਰਚੇਸ ਕਰਨ। Kid stores, for example, have trial rooms with cartoon characters painted on walls so that kids can be kept engaged while they are made to try different clothing items. ਜਿਵੇਂ ਬੱਚਿਆਂ ਦੇ ਸਟੋਰਸ ਹੁੰਦੇ ਆ ਉੱਥੇ ਉਹਨਾਂ ਨੇ ਕੀ ਕੀਤਾ ਹੁੰਦਾ ਟ੍ਰਾਇਲ ਰੂਮਸ ਦੇ ਵਿੱਚ ਕਾਰਟੂਨ ਦੇ ਕਰੈਕਟਰਸ ਨਾਲ ਕੰਧਾਂ ਤੇ ਪੇਂਟ ਕੀਤਾ ਹੁੰਦਾ ਹੈ ਤਾਂ ਜੋ ਜਿਹੜੇ ਬੱਚੇ ਹੈ ਉਹ ਆਪਣੇ ਜਿਹੜੀਆਂ ਅਲੱਗ-ਅਲੱਗ ਤਰ੍ਹਾਂ ਦੀਆਂ ਜਿਹੜੀਆਂ ਕਲੋਥਿੰਗ ਆਈਟਮਸ ਹੈ ਉਹਨਾਂ ਨੂੰ ਟਰਾਈ ਕਰਨ, ਉਹਨਾਂ ਨੂੰ ਪਸੰਦ ਕਰਨ ਤੇ ਉਹਨਾਂ ਨੂੰ ਪਰਚੇਸ ਕਰਨ। ਸੀਟਿੰਗ ਇਨ ਟ੍ਰਾਇਲ ਰੂਮ, ਟ੍ਰਾਇਲ ਰੂਮ ਦੇ ਵਿੱਚ ਸੀਟਿੰਗ ਅਰੇਂਜਮੈਂਟ ਵੀ ਬਹੁਤ ਜ਼ਰੂਰੀ ਹੈ। This gives the customer the convenience to sit down and try different clothes. ਇਸ ਦੇ ਨਾਲ ਕੀ ਹੋਏਗਾ, ਕਸਟਮਰ ਨੂੰ ਇੱਕ ਸਹੂਲਤ ਮਿਲ ਜੇਗੀ ਬਹਿਣ ਦੀ ਤਾਂ ਜੋ ਅਗਰ ਕਿਸੇ ਨੇ ਲੋਅਰ ਪਾਰਟ ਲਾਈਕ ਪੈਂਟਸ, ਜੀਨਸ ਜਾਂ ਪਲਾਜ਼ੋ ਕੁਝ ਵੀ ਟਰਾਈ ਕਰਨਾ ਹੈ ਤਾਂ ਈਜ਼ੀਲੀ ਆਰਾਮ ਨਾਲ ਬੈਠ ਕੇ ਉਹ ਟਰਾਈ ਕਰ ਸਕਦਾ।
There should be enough space for customers to keep their bags etc. ਲੇਡੀਜ਼ ਕੋਲ ਜਿਵੇਂ ਬੈਗਸ ਹੁੰਦੇ ਆ ਤਾਂ ਉੱਥੇ ਇੱਕ ਸਪੈਸ਼ਲ ਸਪੇਸ ਹੋਣੀ ਚਾਹੀਦੀ ਜਾਂ ਹੁਕਸ ਹੋਣੀਆਂ ਚਾਹੀਦੀਆਂ ਜਿੱਥੇ ਕਿ ਉਹ ਆਪਣੇ ਬੈਗਸ ਪਰਸਿਸ ਵਗੈਰਾ ਨੂੰ ਰੱਖ ਸਕਣ। Next point is lighting. Lighting is very important element for a trial room. Lighting है ਜਿਹੜੀ बहुत महत्वपूर्ण element है trial room ਦੇ ਵਿੱਚ। Lighting ਤੋਂ ਬਿਨਾਂ ਤਾਂ trial room impossible लगता है। Some have equipped themselves with effective lighting which offers the day and night effect wherein a customer can view himself in a particular dress and how they would look in that dress during the day and the night। ਜਿਹੜੇ ਕੁਝ ਟ੍ਰਾਇਲ ਰੂਮਸ ਹੈ ਉਹਨਾਂ ਵਿੱਚ ਡੇ ਐਂਡ ਨਾਈਟ ਇਫੈਕਟ ਦਾ ਅਲੱਗ-ਅਲੱਗ ਉੱਥੇ ਫੈਸਿਲਿਟੀ ਦਿੱਤੀ ਹੁੰਦੀ ਹੈ ਜਿੱਥੇ ਕਿ ਕਸਟਮਰ ਆਪਣੇ ਆਪ ਨੂੰ ਕਿਸੇ ਪਾਰਟਿਕੂਲਰ ਡਰੈਸ ਵਿੱਚ ਦੇਖ ਸਕਦਾ ਹੈ ਕਿ ਉਹ ਡਿਊਰਿੰਗ ਡੇ दिन विच ते रात विच ओदी लुक पर्टिकुलर ड्रेस दे विच किस तरह दी लगेगी। अगर प्रॉपर लाइटिंग नहीं होएगी पर्सन दे उत्ते प्रॉपर लाइट नहीं पै रही रोशनी नहीं पै रही तो ओदे लई ये सारियां चीज़ां मिरर दे विच देखनियां भी विजिबल नहीं होंदियां। अगर उत्थे हनेरा होएगा तो ट्रायल रूम दे विच ट्राई करन दा भी कोई फायदा नहीं होएगा। इस करके लाइटिंग है जिहड़ी ट्रायल रूम दे विच होनी प्रॉपर लाइटिंग होनी बहुत ज़्यादा जरूरी है। Space near trial room. People generally shop in a group and hence space near a trial room also plays a vital role. ਜਿਹੜੀ trial room ਦੇ ਨੇੜੇ ਵਾਲੀ ਜਗ੍ਹਾ ਉਹ ਵੀ ਇੱਕ ਬਹੁਤ ਮਹੱਤਵਪੂਰਨ ਰੋਲ ਅਦਾ ਕਰਦੀ ਹੈ ਕਿਉਂਕਿ ਅਕਸਰ ਲੋਕ ਕੀ ਕਰਦੇ ਆ ਸ਼ਾਪਿੰਗ ਕਰਨ ਜਾਂਦੇ ਆ ਗਰੁੱਪਸ ਦੇ ਵਿੱਚ ਜਾਂ ਤਾਂ ਫਰੈਂਡ ਸਰਕਲ ਦੇ ਵਿੱਚ ਜਾਂ ਫਿਰ ਆਪਣੀ ਫੈਮਿਲੀ ਮੈਂਬਰਸ ਦੇ ਨਾਲ। ਤਾਂ ਜਿਹੜੀ ਆਸ-ਪਾਸ ਦਾ ਏਰੀਆ ਹੁੰਦਾ ਹੈ ਟ੍ਰਾਇਲ ਰੂਮ ਦਾ ਉਹ ਵਧੀਆ ਹੋਣਾ ਚਾਹੀਦਾ ਹੈ। ਇਸ ਤਰ੍ਹਾਂ ਨਹੀਂ ਹੋਣਾ ਚਾਹੀਦਾ ਕਿ ਟ੍ਰਾਇਲ ਰੂਮ ਦੇ ਕੋਲ ਟਾਇਲਟ ਹੋਵੇ ਜਿੱਥੋਂ ਬੈਡ ਸਮੈਲ ਆ ਰਹੀ ਹੋਵੇ ਔਰ ਕਸਟਮਰਸ ਹੈਜ਼ਿਟੇਟ ਹੋ ਕੇ ਉੱਥੋਂ ਚੱਲ ਜਾਣ। ਤਾਂ ਇਹਨਾਂ ਚੀਜ਼ਾਂ ਦਾ ਟ੍ਰਾਇਲ ਰੂਮ ਦੇ ਨੇੜੇ ਧਿਆਨ ਰੱਖਣਾ ਬਹੁਤ ਜ਼ਰੂਰੀ ਹੈ। ਹੁਣ ਅਸੀਂ ਗੱਲ ਕਰਦੇ ਹਾਂ ਕਿ ਜਦੋਂ ਕੋਈ ਕਸਟਮਰ ਕੋਈ ਵੀ ਚੀਜ਼ ਪਰਚੇਜ਼ ਕਰਨ ਜਾਂਦਾ ਹੈ ਤਾਂ ਉਹਨੂੰ ਕਿਹੜੀਆਂ ਚੀਜ਼ਾਂ ਦਾ ਧਿਆਨ ਰੱਖਣ ਦੀ ਲੋੜ ਹੁੰਦੀ ਹੈ। Observations while trial ਕਿਹੜੀਆਂ ਚੀਜ਼ਾਂ ਦਾ ਉਹ ਧਿਆਨ ਰੱਖ ਸਕਦਾ ਹੈ। ਨੰਬਰ 1 is balance। बैलेंस ਵਿੱਚ ਕੀ ਹੋਏਗਾ ਜਦੋਂ ਅਗਰ ਕਿਸੇ ਕਸਟਮਰ ਨੇ ਕਿਸੇ ਵੀ ਕੱਪੜੇ ਨੂੰ ਟਰਾਈ ਕੀਤਾ ਹੈ ਕਿਸੇ ਕੱਪੜੇ ਨੂੰ ਪਾਇਆ ਤਾਂ ਉਹਦੇ ਵਿੱਚ ਉਹ ਇਹ ਦੇਖੇਗਾ ਕਿ ਇਸ ਕੱਪੜੇ ਦਾ ਪ੍ਰੋਪਰ ਮੇਰੀ ਬਾਡੀ ਤੇ ਬੈਲੈਂਸ ਬਣ ਗਿਆ ਹੈ ਜਾਂ ਨਹੀਂ। ਪਾ ਕੇ ਇਦਾਂ ਨਾ ਹੋਵੇ ਕਿ ਇੱਕ ਕਾਰਨਰ ਤੋਂ ਕੋਈ ਡਰੈਸ ਉੱਚੀ ਹੋਵੇ ਇੱਕ ਕਾਰਨਰ ਤੋਂ ਨੀਵੀਂ ਹੋਵੇ। ਇਹ ਇਹਦਾ ਇੱਕ ਬੈਲੈਂਸ ਹੋਣਾ ਚਾਹੀਦਾ ਹੈ ਡਰੈਸ ਦਾ ਪ੍ਰੋਪਰ ਬਾਡੀ ਉੱਤੇ। नंबर 2 is turning। ਜਿਹੜਾ ਗਾਰਮੈਂਟ ਅਸੀਂ ਪਰਚੇਜ਼ ਕੀਤਾ ਉਹਦੀ ਜਿਹੜੀ ਟਰਨਿੰਗ ਹੈ ਉਹ ਪ੍ਰੋਪਰ ਹੋਈ ਹੋਣੀ ਚਾਹੀਦੀ ਹੈ। ਇੱਦਾਂ ਨਹੀਂ ਹੋਣਾ ਚਾਹੀਦਾ ਕਿ ਜਿਹੜੇ ਉਹਦੀਆਂ ਟਰਨਿੰਗਸ ਹੈ ਉਹ ਕਿਤੋਂ ਉਧੜੀ ਹੋਵੇ ਜਾਂ ਇੰਪ੍ਰੋਪਰ ਹੋਵੇ ਜਾਂ ਕਿਤੋਂ ਵੱਧ ਹੋਵੇ ਕਿਤੋਂ ਘੱਟ ਹੋਵੇ। ਇਹ ਚੀਜ਼ ਦਾ ਧਿਆਨ ਰੱਖਣਾ ਬਹੁਤ ਜ਼ਿਆਦਾ ਜ਼ਰੂਰੀ ਹੈ। ਨੰਬਰ 3 is losing। ਪ੍ਰੋਪਰ ਫਿਟ ਹੋਣਾ ਬਹੁਤ ਜ਼ਿਆਦਾ ਜ਼ਰੂਰੀ ਹੈ ਕਿਸੇ ਵੀ ਚੀਜ਼ ਦਾ। ਇਹ ਇੱਕ ਮੇਨ ਐਲੀਮੈਂਟ ਹੁੰਦਾ ਹੈ ਟਰਾਈ ਕਰਨ ਦਾ ਫਿਟਿੰਗ ਚੈੱਕ ਕਰਨਾ। ਜਦੋਂ ਤੱਕ ਸਾਡਾ ਜਿਹੜਾ ਗਾਰਮੈਂਟ ਅਸੀਂ ਪਰਚੇਜ਼ ਕੀਤਾ ਉਹ ਪ੍ਰੋਪਰ ਫਿਟ ਵਿੱਚ ਨਹੀਂ ਆਉਂਦਾ ਨੋਰ ਟੂ ਲੂਜ਼ ਨੀਦਰ ਟੂ ਟਾਈਟ। ਨਾ ਹੀ ਬਹੁਤ ਜ਼ਿਆਦਾ ਲੂਜ਼ ਹੋਣਾ ਚਾਹੀਦਾ ਨਾ ਹੀ ਬਹੁਤ ਜ਼ਿਆਦਾ ਟਾਈਟ ਹੋਣਾ ਚਾਹੀਦਾ। ਤਾਂ ਲੂਜ਼ਿੰਗ ਇੱਕ ਬਹੁਤ ਇੰਪੋਰਟੈਂਟ ਐਲੀਮੈਂਟ ਹੈ ਟਰਾਈ ਕਰਦੇ ਹੋਏ। ਲੈਂਥ ਲਾਸਟ ਵਨ ਇਜ਼ ਦਾ ਲੈਂਥ। ਸਾਨੂੰ ਜਿਹੜਾ ਵੀ ਅਸੀਂ ਕੱਪੜਾ ਚਾਹੇ ਉਹ ਅਪਰ ਗਾਰਮੈਂਟ ਹੈ ਚਾਹੇ ਲੋਅਰ ਗਾਰਮੈਂਟ ਹੈ ਉਸਨੂੰ ਵੇਅਰ ਕਰਦੇ ਹੋਏ ਉਸਦੀ ਲੈਂਥ ਦਾ ਖਾਸ ਧਿਆਨ ਰੱਖਣਾ ਚਾਹੀਦਾ। ਅਗਰ ਬਹੁਤ ਜ਼ਿਆਦਾ ਲੰਬਾ ਹੋਏਗਾ ਕੱਪੜਾ ਤਾਂ ਉਹ ਕੀ ਲੱਗੇਗਾ ਕਿ ਅਸੀਂ ਕਿਸੇ ਹੋਰ ਦਾ ਮੰਗ ਕੇ ਪਾਇਆ ਹੋਇਆ ਹੈ ਜਾਂ ਅਸੀਂ ਕਿਸੇ ਹੋਰ ਦਾ ਪਾ ਰਹੇ ਹਾਂ। ਅਗਰ ਉਹ ਛੋਟਾ ਹੋਏਗਾ ਤਾਂ ਉਸ ਕੇਸ ਵਿੱਚ ਵੀ ਇਸ ਤਰ੍ਹਾਂ ਲੱਗੇਗਾ ਕਿ ਇਹ ਗਾਰਮੈਂਟ ਇਸਦਾ ਨਹੀਂ ਹੈ। ਤਾਂ ਟਰਾਈ ਕਰਦੇ ਹੋਏ ਸਾਨੂੰ ਇਹਨਾਂ 4 ਚੀਜ਼ਾਂ ਦਾ ਬਹੁਤ ਜ਼ਿਆਦਾ ਧਿਆਨ ਰੱਖਣਾ ਚਾਹੀਦਾ। ਇਸ ਤੋਂ ਬਿਨਾਂ ਟਰਾਈ ਕਰਨ ਦਾ ਸਾਨੂੰ ਕੋਈ ਵੀ ਫਾਇਦਾ ਨਹੀਂ ਹੁੰਦਾ। ਹੁਣ ਅਸੀਂ ਗੱਲ ਕਰਦੇ ਹਾਂ ਕਿ ਸਿਸਟਮਸ ਕੀ ਹੁੰਦੇ ਆ ਟਰਾਇਲ ਦੇ। ਡਿਫਰੈਂਟ ਸਿਸਟਮਸ ਆਫ ਟਰਾਇਲਸ। ਟਰਾਇਲ ਦੇ ਵਿੱਚ ਕੀ ਹੁੰਦਾ ਹੈ ਸਭ ਤੋਂ ਪਹਿਲਾਂ ਕਸਟਮਰ ਟੈਂਪਰੇਰੀ ਟਰਾਈ ਕਰਦਾ। ਅਗਰ ਅਸੀਂ ਐਗਜ਼ਾਮਪਲ ਲਈਏ ਕਿਸੇ ਬੁਟੀਕ ਦੀ ਜਿੱਥੋਂ ਕਿ ਕਸਟਮਰ ਦੇ ਮੇਜਰਮੈਂਟਸ ਲੈ ਕੇ ਕੱਪੜਾ ਤਿਆਰ ਕੀਤਾ ਜਾ ਰਿਹਾ ਹੈ ਤਾਂ ਉਹਦੇ ਵਿੱਚ ਜਿਹੜੀ ਬੁਟੀਕ ਓਨਰ ਹੈ ਜਾਂ ਟੇਲਰ ਹੈ ਕੀ ਕਰਦਾ ਕਸਟਮਰ ਨੂੰ ਕਾਲ ਕਰਦੇ ਆ ਕਿ ਤੁਸੀਂ ਆਓ ਇੱਕ ਵਾਰ ਟੈਂਪਰੇਰੀ ਟਰਾਈ ਕਰਕੇ ਜਾਓ। ਜਦੋਂ ਕਿ ਗਾਰਮੈਂਟ ਸਟਿਚ ਹੋ ਰਿਹਾ ਹੁੰਦਾ ਲਾਈਕ ਆਪਾਂ ਅਗਰ ਕਿਸੇ ਜੈਂਟ ਸ਼ਰਟ ਦੀ ਜਾਂ ਲੇਡੀਜ਼ ਸ਼ਰਟ ਦੀ ਐਗਜ਼ਾਮਪਲ ਲਈਏ ਤਾਂ ਉਹਦੀਆਂ ਜਿਹੜੀਆਂ ਸਲੀਵਸ ਹੈ ਉਹਨਾਂ ਨੂੰ ਜੋੜਨ ਤੋਂ ਪਹਿਲਾਂ ਕੰਪੋਨੈਂਟਸ ਅਲੱਗ-ਅਲੱਗ ਜਿਹੜੇ ਕੰਪੋਨੈਂਟਸ ਹੁੰਦੇ ਉਹਨਾਂ ਨੂੰ ਜੋੜਨ ਤੋਂ ਪਹਿਲਾਂ ਟੇਲਰਸ ਇੱਕ ਵਾਰ ਟੈਂਪਰੇਰੀ ਟਰਾਈ ਜ਼ਰੂਰ ਕਰਵਾਉਂਦੇ ਆਪਣੇ ਕਸਟਮਰ ਤੋਂ ਕਿ ਇੱਕ ਵਾਰ ਆ ਕੇ ਫਿਟਿੰਗ ਚੈੱਕ ਕਰ ਲਓ ਉਸ ਤੋਂ ਬਾਅਦ ਵਿੱਚ ਅਸੀਂ ਇਹਦੀਆਂ ਬਾਹਾਂ ਨੂੰ ਜੋੜ ਦਈਏ।
ਸੈਕੰਡ ਟਰਾਈ ਕਦੋਂ ਹੁੰਦੀ ਹੈ? ਸੈਕੰਡ ਟਰਾਈ ਜਦੋਂ ਕਸਟਮਰ ਨੇ ਇੱਕ ਵਾਰ ਪਹਿਲਾਂ ਟੈਂਪਰੇਰੀ ਟਰਾਈ ਵਿੱਚ ਓਕੇ ਕਰ ਦਿੱਤਾ ਕਿ ਦਿਸ ਇਜ਼ ਓਕੇ, ਤਾਂ ਸੈਕੰਡ ਟਰਾਈ ਆਫਟਰ ਸਟਿਚਿੰਗ ਆਫ ਦਾ ਗਾਰਮੈਂਟ, ਜਦੋਂ ਸਾਡਾ ਗਾਰਮੈਂਟ ਸਟਿਚ ਹੋ ਜਾਂਦਾ ਹੈ, ਸੈਕੰਡ ਟਰਾਈ ਲਈ ਕਸਟਮਰ ਨੂੰ ਉਦੋਂ ਬੁਲਾਇਆ ਜਾਂਦਾ ਹੈ ਕਿ ਕਸਟਮਰ ਸਾਡਾ ਸੈਟੀਸਫਾਈ ਹੈ ਜਾਂ ਨਹੀਂ ਹੈ। ਜਦੋਂ ਸੈਕੰਡ ਟਰਾਈ ਵੇਲੇ ਅਸੀਂ ਕਸਟਮਰ ਨੂੰ ਬੁਲਾਉਂਦੇ ਹਾਂ ਕਿ ਆ ਕੇ ਆਪਣਾ ਤੁਸੀਂ ਗਾਰਮੈਂਟ ਚੈੱਕ ਕਰ ਲਓ ਜਾਂ ਲੈ ਜਾਓ, ਤਾਂ ਉਦੋਂ ਫਿਰ ਵੀ ਅਗਰ ਕਸਟਮਰ ਸਾਡਾ ਸੈਟੀਸਫਾਈਡ ਨਹੀਂ ਹੈ, ਫਿਰ ਵੀ ਉਸਨੂੰ ਉਹਦੇ ਵਿੱਚ ਕੁਝ ਵੇਰੀਏਸ਼ਨਸ ਚਾਹੀਦੀਆਂ, ਕੁਝ ਆਲਟਰੇਸ਼ਨਸ ਚਾਹੀਦੀਆਂ ਕਿ ਨਹੀਂ ਇਹ ਮੇਰੇ ਥੋੜਾ ਟਾਈਟ ਹੈ ਜਾਂ ਲੂਜ਼ ਹੈ, ਇੱਥੋਂ ਥੋੜਾ ਉੱਚਾ ਹੈ ਜਾਂ ਨੀਵਾਂ ਹੈ। ਉਸ ਤੋਂ ਬਾਅਦ ਫਿਰ ਜਿਹੜਾ ਸਾਡਾ ਬੁਟੀਕ ਓਨਰ ਹੋਏਗਾ ਜਾਂ ਟੇਲਰ ਹੋਏਗਾ, ਉਹ ਦੁਬਾਰਾ ਰਿਕਾਰਡ ਬੁੱਕ ਦੇ ਵਿੱਚ ਇਹ ਚੀਜ਼ਾਂ ਨੋਟ ਕਰੇਗਾ ਕਿ ਕਸਟਮਰ ਨੂੰ ਕਿੱਥੋਂ ਕਿੱਥੋਂ ਫਿਟਿੰਗ ਦੀ ਕਿਹੜੇ ਪਾਸੋਂ ਕਿੰਨੀ ਪ੍ਰੋਬਲਮ ਹੈ। ਉਹਦੇ ਅਕੋਰਡਿੰਗਲੀ ਉਹ ਇੱਕ ਫਾਈਨਲ ਸਾਈਜ਼ ਤਿਆਰ ਕਰੇਗਾ। ਤਾਂ ਫਾਈਨਲ ਸਾਈਜ਼ ਤਿਆਰ ਕਰਨ ਤੋਂ ਬਾਅਦ ਦੁਬਾਰਾ ਤੋਂ ਉਹਦੇ ਵਿੱਚ ਆਲਟਰੇਸ਼ਨਸ ਹੋਣਗੀਆਂ, ਉਸ ਤੋਂ ਬਾਅਦ ਵਿੱਚ ਫਾਈਨਲ ਟਰਾਈ ਹੋਏਗੀ। ਚਾਹੇ ਉਹ ਔਨ ਦਾ ਸਪੌਟ ਵੀ ਹੋ ਸਕਦੀ ਹੈ, ਅਗਰ ਕਸਟਮਰ ਦੁਬਾਰਾ ਆਉਣਾ ਚਾਹਵੇ ਤਾਂ ਦੁਬਾਰਾ ਵੀ ਹੋ ਸਕਦਾ ਹੈ। ਉਹ ਜਿਹੜੀ ਸਾਡੀ ਟਰਾਈ ਹੋਏਗੀ ਉਹ ਹੋਏਗੀ ਫਾਈਨਲ ਟਰਾਈ, ਫਾਈਨਲ ਰਿਕਾਰਡਸ ਆਫਟਰ ਫਾਈਨਲ ਫਿਟਿੰਗ। ਉਹ ਫਾਈਨਲ ਟਰਾਈ ਤੋਂ ਬਾਅਦ ਜਦੋਂ ਕਸਟਮਰ ਸਾਡਾ ਸੈਟੀਸਫਾਈ ਹੋ ਜਾਏਗਾ, ਉਸਨੂੰ ਅਸੀਂ ਆਪਣੇ ਫਾਈਨਲ ਰਿਕਾਰਡਸ ਵਿੱਚ ਲਿਖ ਲਾਂਗੇ ਫਾਈਨਲ ਫਿਟਿੰਗ ਤੋਂ ਬਾਅਦ, ਤਾਂ ਜੋ ਸਾਡਾ ਕਸਟਮਰ ਅੱਗੇ ਵਾਸਤੇ ਸੈਟੀਸਫਾਈ ਰਵੇ ਤੇ ਨੈਕਸਟ ਟਾਈਮ ਲਈ ਸਾਨੂੰ ਦੁਬਾਰਾ ਉਹਦੀ ਫਿਟਿੰਗ ਵਿੱਚ ਪ੍ਰੋਬਲਮ ਨਾ ਆਵੇ। ਤਾਂ ਹੁਣ ਅਸੀਂ ਗੱਲ ਕਰਦੇ ਹਾਂ ਥੋੜੀ ਜੀ ਐਡਵਾਂਸਮੈਂਟ ਬਾਰੇ ਕਿ ਅੱਜ ਕੱਲ ਸਾਡੀ ਸੁਸਾਇਟੀ ਦੇ ਵਿੱਚ ਜਾਂ ਇਸ ਜ਼ਮਾਨੇ ਵਿੱਚ ਕੀ ਚੱਲ ਰਿਹਾ, ਜੋ ਨਵਾਂ ਹੈ ਟ੍ਰਾਇਲ ਰੂਮ ਦੇ ਉਹਦੇ ਵਿੱਚ, ਉਹ ਹੈ ਸਾਡਾ ਵਰਚੁਅਲ ਟ੍ਰਾਇਲ ਰੂਮ। ਜਿਵੇਂ ਹੁਣ ਤੁਸੀਂ ਵਰਚੁਅਲ ਕਲਾਸਰੂਮ ਦੇ ਵਿੱਚ ਬੈਠੇ ਹੋ, ਤੁਸੀਂ ਆਨਲਾਈਨ ਕਲਾਸਿਸ ਲੈ ਰਹੇ ਹੋ, ਤਾਂ ਇਸੇ ਤਰ੍ਹਾਂ ਸੇਮ ਹੈਗਾ ਸਾਡੇ ਕੋਲ ਵਰਚੁਅਲ ਟ੍ਰਾਇਲ ਰੂਮ। A virtual trial room is the online equivalent of an in-store changing room. It enables shoppers to try on clothes, to check one or more of size, fit or style, but virtually rather than physically. ਹੁਣ ਤੁਸੀਂ ਸੋਚੋਗੇ ਕਿ ਇਹ ਕਿਵੇਂ ਪੋਸੀਬਲ ਹੈ। ਕੋਈ ਵੀ ਕਸਟਮਰ ਕੱਪੜਾ ਪਾਉਣ ਦੀ ਬਜਾਏ ਉਸਨੂੰ ਆਨਲਾਈਨ ਉਸ ਕਿਸੇ ਵੀ ਡਰੈਸ ਨੂੰ ਆਪਣੇ ਆਪ ਤੇ ਚੈੱਕ ਕਰ ਸਕਦਾ ਹੈ ਕਿ ਮੇਰੀ ਗੈਟਅਪ ਇਸ ਡਰੈਸ ਵਿੱਚ ਕਿਸ ਤਰ੍ਹਾਂ ਦੀ ਲੱਗੇਗੀ। ਜਿਵੇਂ ਕਿ ਤੁਸੀਂ ਸਲਾਈਡ ਵਿੱਚ ਦੇਖ ਸਕਦੇ ਹੋ, ਇੱਕ ਗਰਲ ਦੀ ਫੋਟੋ ਹੈ ਜਿਹਦੇ ਵਿੱਚ ਫੋਨ ਦੇ ਵਿੱਚ ਨੀਚੇ ਅਲੱਗ-ਅਲੱਗ ਡਰੈਸਿਸ ਫੋਟੋ ਡਿਸਪਲੇ ਹੋ ਰਹੀਆਂ, ਔਰ ਉਹ ਜਿਹੜੀ ਗਰਲ ਹੈ ਆਪਣੇ ਆਪ ਨੂੰ ਅਲੱਗ-ਅਲੱਗ ਡਰੈਸਿਸ ਦੇ ਵਿੱਚ ਦੇਖ ਰਹੀ ਹੈ, ਇਮੇਜਿਨ ਕਰ ਰਹੀ ਹੈ ਕਿ ਮੈਂ ਕਿਹੜੀ ਡਰੈਸ ਚੂਜ਼ ਕਰਾਂ। ਇਹ ਜਿਹੜੀਆਂ ਹੈਗੀਆਂ ਵਰਚੁਅਲ ਜਿਹੜੀਆਂ ਟਰਾਈਜ਼ ਹੈ, ਇਹ ਅਲੱਗ-ਅਲੱਗ ਐਸਪੈਕਟਸ ਵਿੱਚ ਹੋ ਸਕਦੀਆਂ, ਲਾਈਕ ਸਾਈਜ਼ ਦੇ ਵਿੱਚ ਵੀ ਹੋ ਸਕਦੀਆਂ, ਫਿਟਿੰਗ ਦੇ ਵਿੱਚ ਵੀ ਹੋ ਸਕਦੀਆਂ, ਸਟਾਈਲ ਦੇ ਵਿੱਚ ਵੀ ਹੋ ਸਕਦੀਆਂ, ਬਟ ਇਹ ਅਸੀਂ ਫਿਜ਼ੀਕਲੀ ਨਹੀਂ ਕਰਾਂਗੇ, ਇਹ ਅਸੀਂ ਵਰਚੁਅਲੀ ਆਨਲਾਈਨ ਕਰਾਂਗੇ। ਇਹਦੇ ਲਈ ਸਾਨੂੰ ਕੀ ਕਰਨਾ ਪਏਗਾ, ਸਾਡੇ ਇੰਡੀਆ ਦੇ ਵਿੱਚ ਅੱਜ ਮੇਨ ਜਿਹੜੀਆਂ ਮੈਟਰੋਪੋਲੀਟਨ ਸਿਟੀਜ਼ ਹੈ, ਬੰਬੇ ਹੈ, ਚੇਨਈ ਹੈ, ਬੈਂਗਲੁਰੂ ਹੈ, ਦਿੱਲੀ ਹੈ, ਇੱਥੇ ਜਿਹੜੇ ਵੱਡੇ ਵੱਡੇ ਸਟੋਰਸ ਹੈ, ਉੱਥੇ ਅੱਜ ਇਹ ਸ਼ੁਰੂਆਤ ਹੋ ਚੁੱਕੀ ਹੈ ਵਰਚੁਅਲ ਟ੍ਰਾਇਲ ਰੂਮਸ ਦੀ। ਇਹਦੇ ਲਈ ਮੈਂ ਤੁਹਾਨੂੰ ਥੋੜੀ ਜੀ ਇੱਕ ਇੰਟਰੋਡਕਸ਼ਨ ਦੇਣਾ ਚਾਹੁੰਦੀ ਹਾਂ। ਜਿਹੜਾ ਵਰਚੁਅਲ ਟ੍ਰਾਇਲ ਰੂਮ ਹੈ, ਇਹਦੇ ਲਈ ਜਿਹੜੀ ਸਕਰੀਨ ਹੁੰਦੀ ਹੈ ਉਹ ਘੱਟੋ ਘੱਟ 4x6 ਤੋਂ ਸ਼ੁਰੂ ਹੁੰਦੀ ਹੈ, 4 ਫੀਟ ਬਾਈ 6 ਫੀਟ ਤੋਂ। ਔਰ ਇਹਦੇ ਲਈ ਬਹੁਤ ਸਾਰੇ ਮੈਨੂਫੈਕਚਰਰਸ ਹੈ ਜਿਹੜੇ ਇੰਡੀਆ ਦੇ ਵਿੱਚ ਇਹ ਵਰਚੁਅਲ ਟ੍ਰਾਇਲ ਰੂਮਸ ਡਿਜ਼ਾਈਨ ਕਰਦੇ ਆ, ਉਹਨਾਂ ਨੂੰ ਬਣਾਉਂਦੇ ਆ, ਔਰ ਇਹਦੀ ਜਿਹੜੀ ਕਾਸਟ ਹੈ ਉਹ 2.5 ਲੱਖ ਤੋਂ ਸ਼ੁਰੂ ਹੁੰਦੀ ਹੈ। ਉਸ ਤੋਂ ਬਾਅਦ ਅੱਗੇ ਡਿਪੈਂਡ ਕਰਦਾ ਹੈ ਕਿ ਜਿਹੜੇ ਕੋਈ ਵੀ ਸ਼ੋਰੂਮ ਦਾ ਓਨਰ ਹੈ ਉਹਨਾਂ ਦੀ ਕਿੰਨੀ ਵੱਡੀ ਸਕਰੀਨ ਦੀ ਡਿਮਾਂਡ ਹੈ, ਜਾਂ ਉਹਨਾਂ ਨੂੰ ਉਹਦੇ ਵਿੱਚ ਕਿਸ ਤਰ੍ਹਾਂ ਦੀਆਂ ਆਪਸ਼ਨਸ ਚਾਹੀਦੀਆਂ, ਤੇ ਇਹ ਅੱਗੇ ਅੱਗੇ ਉਹਦੇ ਹਿਸਾਬ ਨਾਲ ਵੱਧਦਾ ਜਾਂਦਾ। ਇਸ ਸਲਾਈਡ ਦੇ ਵਿੱਚ ਤੁਸੀਂ ਦੇਖ ਰਹੇ ਹੋ, ਉਹਦੇ ਵਿੱਚ ਤੁਸੀਂ ਇੱਕ ਗਰਲ ਦੇਖੀ ਸੀ, ਇਹਦੇ ਵਿੱਚ ਇੱਕ ਬॉय ਦਿਖ ਰਿਹਾ ਤੁਹਾਨੂੰ। ਇਹ ਵਰਚੁਅਲ ਟ੍ਰਾਇਲ ਰੂਮਸ ਕੋਈ ਵੀ ਬੰਦਾ ਇਸ ਨੂੰ ਯੂਜ਼ ਕਰ ਸਕਦਾ ਹੈ, ਗਰਲਸ ਐਜ਼ ਵੈਲ ਐਜ਼ ਬॉयਜ਼ ਐਜ਼ ਵੈਲ ਐਜ਼ ਕਿਡਸ। ਕਿਸੇ ਵੀ ਤਰ੍ਹਾਂ ਦਾ ਬੰਦਾ ਕਿਸੇ ਵੀ ਤਰ੍ਹਾਂ ਦੀ ਡਰੈਸ ਨੂੰ ਆਪਣੇ ਆਪ ਤੇ ਆਜ਼ਮਾ ਕੇ ਦੇਖ ਸਕਦਾ ਹੈ। ਉਹਦੇ ਲਈ ਜਿਵੇਂ ਅੱਜ ਕੱਲ ਕੋਵਿਡ ਚੱਲ ਰਿਹਾ, ਸਾਨੂੰ ਸ਼ੋਰੂਮਸ ਤੇ ਜਾਣ ਦੀ ਜ਼ਰੂਰਤ ਨਹੀਂ ਹੈ, ਅਸੀਂ ਇੱਕ ਐਪ ਹੈ ਜਿਹੜੀ ਐਪ ਨੂੰ ਡਾਊਨਲੋਡ ਕਰਕੇ ਉਹਦੇ ਤੇ ਵਰਚੁਅਲ ਆਨਲਾਈਨ ਜਿਹੜਾ ਟ੍ਰਾਇਲ ਰੂਮ ਹੈ ਉਸਦਾ ਅਸੀਂ ਐਕਸਪੀਰੀਅੰਸ ਕਰ ਸਕਦੇ ਹਾਂ। ਇਸ ਸਲਾਈਡ ਦੇ ਵਿੱਚ ਵੀ ਜਿਹੜਾ ਲੜਕਾ ਹੈ ਅਲੱਗ-ਅਲੱਗ ਤਰ੍ਹਾਂ ਦੀਆਂ ਡਰੈਸਿਸ ਨੂੰ ਟਰਾਈ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ ਕਿ ਇਹਦੀ ਫਿਟਿੰਗ ਆਊਟਲੁੱਕ ਮੇਰੇ ਤੇ ਕਿਸ ਤਰ੍ਹਾਂ ਦੀ ਲੱਗੇਗੀ। ਸੇਮ ਪਿਕ
ਇਹਦੇ ਵਿੱਚ ਵੀ ਵਰਚੁਅਲ ਚੇਂਜ ਰੂਮ ਦੀ ਦੇਖੋ ਸਲਾਈਡ ਦੇ ਉੱਤੇ ਫੋਟੋ ਬਣੀ ਹੋਈ ਹੈ ਔਰ ਅਲੱਗ-ਅਲੱਗ ਤਰ੍ਹਾਂ ਦੀਆਂ ਡਰੈਸਿਸ ਡਿਸਪਲੇ ਹੋ ਰਹੀਆਂ ਜਿਸ ਵਿੱਚ ਕਿ ਕੋਈ ਵੀ ਬੰਦਾ ਆਪਣੇ ਆਪ ਨੂੰ ਅਲੱਗ-ਅਲੱਗ ਡਰੈਸਿਸ ਪਾ ਕੇ ਆਪਣੀ ਜਿਹੜੀ ਆਊਟਲੁੱਕ ਹੈ ਉਸ ਨੂੰ ਚੈੱਕ ਕਰ ਸਕਦਾ ਹੈ ਕਿ ਇਸ ਡਰੈਸ ਦੇ ਵਿੱਚ ਮੇਰੀ ਆਊਟਲੁੱਕ ਕਿਸ ਤਰ੍ਹਾਂ ਦੀ ਲੱਗੇਗੀ। ਹੁਣ ਅਸੀਂ ਗੱਲ ਕਰਦੇ ਹਾਂ ਕਿ ਜਿਹੜੇ ਇਹ ਵਰਚੁਅਲ ਟ੍ਰਾਇਲ ਰੂਮਸ ਹੈ ਇਸ ਦੇ ਸਾਨੂੰ ਜਾਂ ਓਨਰਸ ਨੂੰ ਜਾਂ ਕਸਟਮਰਸ ਨੂੰ ਕੀ ਫਾਇਦੇ ਹੋ ਸਕਦੇ ਹੈ ਤੇ ਇਹ ਕੰਮ ਕਿਵੇਂ ਕਰਦਾ ਹੈ। ਸਭ ਤੋਂ ਪਹਿਲਾ ਹੈ ਸਾਡੇ ਕੋਲ ਰਿਚ ਵਰਚੁਅਲ ਐਕਸਪੀਰੀਅੰਸ। ਰਿਚ ਵਰਚੁਅਲ ਐਕਸਪੀਰੀਅੰਸ ਇਹਦੇ ਨਾਲ ਸਾਨੂੰ ਇੱਕ ਬਹੁਤ ਵਧੀਆ ਵਰਚੁਅਲ ਐਕਸਪੀਰੀਅੰਸ ਹੋਏਗਾ ਇਸ ਤਰ੍ਹਾਂ ਦੀ ਸ਼ਾਪਿੰਗ ਕਰਨ ਦਾ, ਇਸ ਤਰ੍ਹਾਂ ਦੀ ਐਪ ਯੂਜ਼ ਕਰਨ ਦਾ। ਇਸ ਐਪ ਨੂੰ ਆਪਾਂ ਫੋਨ ਦੇ ਵਿੱਚ ਡਾਊਨਲੋਡ ਕਰਕੇ ਜਿਵੇਂ ਅਸੀਂ ਬਾਕੀ ਐਪਸ ਡਾਊਨਲੋਡ ਕਰਦੇ ਹਾਂ ਉਸੇ ਤਰ੍ਹਾਂ ਨਾਲ ਆਪਾਂ ਇਹਨਾਂ ਗਾਰਮੈਂਟਸ ਨੂੰ ਟਰਾਈ ਕਰਦੇ ਹਾਂ। Rich user interface reads human gestures and enables your customers to visualize their selected garments and try clothes virtually by simple wave and swipe gestures. Like ਜਿਵੇਂ ਤੁਹਾਡੇ ਫੋਨਸ ਦੇ ਵਿੱਚ ਜਦੋਂ ਅਸੀਂ ਕੈਮਰਾਸ ਵਿੱਚ ਅਸੀਂ ਫੋਟੋ ਕਲਿੱਕ ਕਰਨੀ ਹੁੰਦੀ ਤਾਂ ਅਸੀਂ ਆਪਣਾ ਹੈਂਡ ਸਵਾਈਪ ਕਰਦੇ ਹਾਂ ਜਿਵੇਂ ਤੁਸੀਂ ਸਲਾਈਡ ਦੇ ਵਿੱਚ ਦੇਖ ਰਹੇ ਹੋ। ਸੇਮ ਉਸੇ ਤਰੀਕੇ ਨਾਲ ਇਹ ਜਿਹੜੀ ਐਪ ਹੈ ਇਹ ਵੀ ਹਿਊਮਨ ਜੈਸਚਰਸ ਜਿਹੜੇ ਬੰਦੇ ਦੇ ਇਸ਼ਾਰੇ ਹੁੰਦੇ ਆ ਉਹਨਾਂ ਨੂੰ ਸਮਝਦੀ ਹੈ। A unique experience of customer engagement, the intuitive gesture controlled user interface of this virtual trial room captures the motion of your customers through the virtual mirror. ਐਪ ਕਿਸ ਤਰ੍ਹਾਂ ਕੰਮ ਕਰਦੀ ਹੈ ਇਹਦੇ ਨਾਲ ਜਿਹੜਾ ਕਸਟਮਰ ਨਾਲ engaged ਹੋਇਆ ਹੁੰਦਾ ਹੈ ਉਹਦੇ ਵਿੱਚ ਜਿਹੜੇ ਜੈਸਚਰਸ ਆ ਉਹਨਾਂ ਨੂੰ ਇਹ ਕੈਪਚਰ ਕਰ ਲੈਂਦੀ ਹੈ ਵਰਚੁਅਲ ਮਿਰਰ ਦੇ ਥਰੂ। The virtual clothing can be superimposed onto the mirror image of the shoppers, thereby giving them an opportunity to make better buying decisions. ਇਹ ਜਿਹੜੀ ਐਪ ਹੈ ਇਹਦੇ ਵਿੱਚ ਜਿੰਨੇ ਗਾਰਮੈਂਟਸ ਅਸੀਂ ਟਰਾਈ ਕਰੇ ਜਾਵਾਂਗੇ ਉਹਦਾ ਇੱਕ ਬੈਕਅਪ ਰੈਡੀ ਹੋਈ ਜਾਂਦਾ ਹੈ ਭਾਵ ਕਿ ਉਹ ਸੇਵ ਹੋਈ ਜਾਂਦੇ ਆ। ਉਸ ਤੋਂ ਬਾਅਦ ਕਸਟਮਰਸ ਅਲੱਗ-ਅਲੱਗ ਤਰ੍ਹਾਂ ਦੇ ਜਿਹੜੇ ਕੱਪੜੇ ਆ ਜਾਂ ਕੋਈ ਵੀ ਸਟਾਈਲਸ ਆ ਉਹਨਾਂ ਤੇ ਕਲਿੱਕ ਕਰਕੇ ਜਦੋਂ ਉਹਦੀ ਇਮੇਜ ਸਾਹਮਣੇ ਆ ਜਾਂਦੀ ਹੈ ਉਹ ਸਾਰੇ ਸੇਵ ਹੋਈ ਜਾਂਦੇ ਆ ਤਾਂ ਬਾਅਦ ਵਿੱਚ ਉਹਨਾਂ ਸਾਰਿਆਂ ਵਿੱਚੋਂ ਜਿਸ ਵਿੱਚ ਉਹਦੀ ਬੈਸਟ ਆਊਟਲੁੱਕ ਹੁੰਦੀ ਆ ਉਹਦੇ ਵਿੱਚੋਂ ਉਸ ਚੀਜ਼ ਨੂੰ ਉਹ ਸਿਲੈਕਟ ਕਰਕੇ ਆਪਣੇ ਲਈ ਕੱਪੜਾ ਖਰੀਦ ਸਕਦਾ ਹੈ। ਅੱਗੇ ਸਾਡੇ ਕੋਲ ਬੈਟਰ ਸਟੋਰ ਮੈਨੇਜਮੈਂਟ। ਇਸ ਨਾਲ ਹੋਰ ਕੀ ਫਾਇਦਾ ਹੋਏਗਾ ਓਨਰਸ ਨੂੰ। ਵਿਦ ਦਾ ਵਰਚੁਅਲ ਡਰੈਸਿੰਗ ਰੂਮ ਐਪ ਦਾ ਯੂਜ਼ੇਜ ਆਫ ਟ੍ਰਾਇਲ ਰੂਮ ਇਜ਼ ਰਿਡਿਊਸਡ thereby ensuring reduced damage to the inventory। ਇਸ ਦੇ ਨਾਲ ਸਭ ਤੋਂ ਵੱਡਾ ਫਾਇਦਾ ਕੀ ਹੈ ਵਰਚੁਅਲ ਡਰੈਸਿੰਗ ਰੂਮ ਦੇ ਨਾਲ ਜਿਹੜੇ ਸ਼ੋਰੂਮਸ ਹੈ ਉਹਦੇ ਵਿੱਚ ਜਿਹੜੀ ਉਹਨਾਂ ਦੀ ਪ੍ਰੋਪਰਟੀ ਹੈ ਉਹ ਘੱਟ ਯੂਜ਼ ਹੋਏਗੀ ਭਾਵ ਕਿ ਉੱਥੇ ਜਿਹੜੇ ਡੈਮੇਜ ਹੁੰਦਾ ਹੈ ਫਰਨੀਚਰ ਨੂੰ ਜਾਂ ਕਈ ਵਾਰ ਕੁਝ ਕਸਟਮਰਸ ਜਾਂ ਬੱਚੇ ਇਸ ਤਰ੍ਹਾਂ ਦੇ ਨੋਟੀ ਹੁੰਦੇ ਆ ਜਿਹੜੇ ਆ ਕੇ ਕਿ ਪਬਲਿਕ ਪ੍ਰੋਪਰਟੀ ਨੂੰ ਨੁਕਸਾਨ ਪਹੁੰਚਾਉਂਦੇ ਆ ਤਾਂ ਇਸ ਦੇ ਨਾਲ ਉਹ ਚੀਜ਼ਾਂ ਦਾ ਘੱਟ ਨੁਕਸਾਨ ਹੋਏਗਾ। ਜਿਹੜਾ ਸਟੋਰ ਮੈਨੇਜਮੈਂਟ ਹੈ ਉਹ ਪ੍ਰੋਪਰਲੀ ਹੋਏਗੀ ਔਰ ਆਨਲਾਈਨ ਜਿਹੜਾ ਵਰਚੁਅਲ ਟ੍ਰਾਇਲ ਰੂਮ ਹੈ ਇਹਦੇ ਨਾਲ ਕਸਟਮਰਸ ਆਨਲਾਈਨ ਟਰਾਈ ਕਰਕੇ ਜਦੋਂ ਉਹਨਾਂ ਨੂੰ ਇੱਥੇ ਨਹੀਂ ਆਉਣਾ ਪਵੇਗਾ ਤਾਂ ਉਹ ਆਨਲਾਈਨ ਹੀ ਟਰਾਈ ਕਰਨਗੇ। ਇਸ ਦੇ ਨਾਲ ਜਿਹੜੀ ਡੈਮੇਜ ਹੈ ਸ਼ੋਰੂਮ ਦਾ ਉਹ ਘੱਟ ਹੋਏਗਾ। A choice of trying maximum dresses virtually in lesser time with rich visualization on the virtual mirror is an additional factor for a better store management। ਇਹਦੇ ਨਾਲ ਹੋਰ ਕੀ ਫਾਇਦਾ ਹੋਏਗਾ ਟਾਈਮ ਸੇਵ ਹੋਏਗਾ ਬਹੁਤ ਜ਼ਿਆਦਾ। ਜਿਵੇਂ ਕਿ ਸਲਾਈਡ 'ਚ ਤੁਸੀਂ ਦੇਖ ਸਕਦੇ ਹੋ ਕੁਝ ਟ੍ਰਾਇਲ ਰੂਮਸ ਇਸ ਤਰ੍ਹਾਂ ਦੇ ਹੁੰਦੇ ਆ ਜਿੱਥੇ ਕਿ ਕੁਝ ਸਟੋਰਸ ਦੇ ਵਿੱਚ ਟ੍ਰਾਇਲ ਰੂਮ ਇੱਕ ਹੀ ਹੁੰਦਾ ਉੱਥੇ ਕਾਫੀ ਸਾਰੀਆਂ ਲੰਬੀਆਂ ਲਾਈਨਸ ਲੱਗ ਜਾਂਦੀਆਂ ਜਿਹਦੇ ਨਾਲ ਕਿ ਕਸਟਮਰਸ ਦਾ ਵੀ ਟਾਈਮ ਵੇਸਟ ਹੁੰਦਾ ਔਰ ਜਿਹੜੇ ਸਟੋਰ ਮੈਨੇਜਰਸ ਹੈ ਜਾਂ ਸਟੋਰ ਓਨਰਸ ਹੈ ਉਹਨਾਂ ਦਾ ਵੀ ਟਾਈਮ ਵੇਸਟ ਹੁੰਦਾ ਔਰ ਸ਼ਾਪਿੰਗ ਲਈ ਬਹੁਤ ਜ਼ਿਆਦਾ ਟਾਈਮ ਲੱਗ ਜਾਂਦਾ ਤਾਂ ਵਰਚੁਅਲ ਜਿਹੜਾ ਹੈ ਟ੍ਰਾਇਲ ਰੂਮ ਇਹਦੇ ਨਾਲ ਟਾਈਮ ਸੇਵਿੰਗ ਬਹੁਤ ਜ਼ਿਆਦਾ ਹੁੰਦੀ ਹੈ। The photo accurate virtual dressing room app enables customers to try various clothes and accessories virtually without any inconvenience। ਇਹ ਬਿਨਾਂ ਕਿਸੇ inconvenience ਤੋਂ ਜਿਹੜੇ customers ਹੈ accurate way ਨਾਲ ਆਪਣੇ virtual app ਦੀ help ਦੇ ਨਾਲ dresses ਨੂੰ ਤੇ accessories ਨੂੰ try ਕਰ ਸਕਦੇ ਨੇ। Increase in sales based on augmented reality shopping. This virtual dressing room app empowers your customer with a virtual trial room. The use of the virtual mirror will subsequently make the entire shopping a lucrative business with better customer recall and
attention, thereby increasing your sales। ਇਹਦੇ ਨਾਲ ਕੀ ਹੋਏਗਾ, ਘਰ ਬੈਠੇ ਬੈਠੇ ਜਦੋਂ ਕੋਈ ਵੀ ਇਨਸਾਨ ਜਿਸਨੇ ਕਿ ਸ਼ਾਪਿੰਗ ਕਰਨੀ ਆ ਉਹ ਘਰ ਬੈਠੇ ਬੈਠੇ ਵਰਚੁਅਲ ਟ੍ਰਾਇਲ ਰੂਮ ਤੇ ਅਲੱਗ-ਅਲੱਗ ਤਰ੍ਹਾਂ ਦੇ ਸਟਾਈਲ ਡਰੈਸਿਸ ਨੂੰ ਟਰਾਈ ਕਰਦਾ ਤੇ ਇਹਦੇ ਨਾਲ ਕੀ ਹੋਏਗਾ, ਉਹਨਾਂ ਦੀ ਸੇਲ ਵਧੇਗੀ ਕਿਉਂਕਿ ਕਸਟਮਰਸ ਨੂੰ ਆਪਣਾ ਟਾਈਮ ਸਪੈਂਡ ਕਰਕੇ ਉੱਥੇ ਸ਼ੋਰੂਮ ਤੇ ਜਾਣ ਦੀ ਜ਼ਰੂਰਤ ਨਹੀਂ ਪਏਗੀ, ਸਭ ਤੋਂ ਪਹਿਲੀ ਗੱਲ। ਦੂਜੀ ਗੱਲ, ਉਹਨਾਂ ਦੀ ਮਨੀ ਸੇਵ ਹੋਏਗੀ, ਉੱਥੇ ਪਹੁੰਚਣ ਤੱਕ ਜਿਹੜਾ ਉਹਨਾਂ ਦਾ ਖਰਚਾ ਹੋਣਾ ਸੀ, ਚਾਹੇ ਉਹ ਆਪਣੇ ਪਰਸਨਲ ਕਨਵੀਨੀਅੰਸ ਦੇ ਨਾਲ ਜਾਣ, ਚਾਹੇ ਉਹ ਪਬਲਿਕ ਟਰਾਂਸਪੋਰਟ ਤੇ ਜਾਣ, ਤਾਂ ਉਹ ਆਉਣ ਜਾਣ ਵਾਲਾ ਟਾਈਮ ਵੇਸਟੇਜ ਐਂਡ ਜਿਹੜਾ ਖਰਚਾ ਸੀ ਉਹ ਬਚ ਗਿਆ। ਔਰ ਸਭ ਤੋਂ ਮੇਨ ਗੱਲ ਹੈ ਕਿ ਟਾਈਮ ਸੇਵਿੰਗ ਦੀ ਹੈਲਪ ਦੇ ਨਾਲ ਘਰ ਬੈਠੇ ਬੈਠੇ ਹੀ ਉਹ ਬੰਦਾ ਵੱਧ ਸ਼ਾਪਿੰਗ ਕਰ ਸਕਦਾ ਹੈ, ਸਾਡੇ ਨਾਲ ਜ਼ਿਆਦਾ ਕਸਟਮਰਸ ਜੁੜਨਗੇ ਤਾਂ ਉਹਦੇ ਨਾਲ ਕੀ ਹੋਏਗਾ, ਸੇਲ ਇਨਕਰੀਜ਼ ਹੋਏਗੀ, ਪ੍ਰੋਫਿਟ ਵਿੱਚ ਮੁਨਾਫਾ ਹੋਏਗਾ। Next ਹੈ ਸਾਡੇ ਕੋਲ customer advantage। Try on is an augmented reality technology that allows users to easily preview their garments on the virtual mirror without trying them on physically। Consumers can virtually try on clothes and even share it on social media like Facebook, Twitter, etc। ਹੁਣ ਕਈ ਸ਼ੋਰੂਮਸ ਹੈ ਜਿਹੜੇ ਇਹਦੇ ਵਿੱਚ ਇੱਕ ਫੈਸਿਲਿਟੀ ਤਾਂ ਇਹ ਹੈ ਕਿ ਕਸਟਮਰ ਨੂੰ ਫਿਜ਼ੀਕਲੀ ਟਰਾਈ ਨਹੀਂ ਕਰਨਾ ਪੈਂਦਾ, ਐਪ ਦੇ ਉੱਤੇ ਹੀ ਸਟਾਈਲਸ ਦੇ ਉੱਤੇ ਕਲਿੱਕ ਕਰਕੇ ਆਪਣੀ ਆਊਟਲੁੱਕ ਉਹ ਦੇਖ ਸਕਦੇ ਹੈ ਕਿ ਮੇਰੀ ਆਊਟਲੁੱਕ ਇਹਦੇ ਵਿੱਚ ਕਿਸ ਤਰ੍ਹਾਂ ਦੀ ਲੱਗੇਗੀ। ਦੂਸਰਾ, ਕੁਝ ਕਸਟਮਰਸ ਜਿਹੜੀਆਂ ਕੁਝ ਕੰਪਨੀਜ਼ ਹੈ ਉਹ ਆਪਣੇ ਕਸਟਮਰਸ ਨੂੰ ਇਹ ਫੈਸਿਲਿਟੀ ਦੇ ਰਹੀਆਂ ਹੈ ਕਿ ਜਦੋਂ ਤੁਸੀਂ ਆਪਣੀ ਲੁੱਕ ਦੇਖੀ, ਆਊਟਲੁੱਕ ਦੀ, ਗਾਰਮੈਂਟ ਦੀ ਆਊਟਲੁੱਕ ਦੇਖੀ ਤਾਂ ਉਸ ਚੀਜ਼ ਨੂੰ, ਜਿਹੜੀ ਗਾਰਮੈਂਟ ਦੀ ਆਊਟਲੁੱਕ ਹੈ ਤਾਂ ਉਸ ਚੀਜ਼ ਨੂੰ ਆਪਣੇ ਸੋਸ਼ਲ ਮੀਡੀਆ ਅਕਾਊਂਟ ਉੱਤੇ ਵੀ ਸ਼ੇਅਰ ਕਰ ਸਕਦੇ, ਲਾਈਕ ਫੇਸਬੁੱਕ, ਟਵਿੱਟਰ ਐਟਸੈਟਰਾ। ਬਹੁਤ ਸਾਰੀਆਂ ਸੋਸ਼ਲ ਮੀਡੀਆ ਐਪਸ ਹੈ ਜਿੱਥੇ ਕਿ ਉਹ ਆਪਣੀ ਆਊਟਲੁੱਕ ਨੂੰ ਸ਼ੇਅਰ ਕਰ ਸਕਦੇ ਆ। ਇਸ ਨਾਲ ਦੋ ਫਾਇਦੇ ਹੁੰਦੇ ਆ ਕੰਪਨੀਜ਼ ਨੂੰ, ਇੱਕ ਤਾਂ ਉਹਨਾਂ ਦੇ ਜਿਹੜੇ ਸਟਾਈਲਸ ਆ, ਉਹਨਾਂ ਦੀਆਂ ਡਰੈਸਿਸ ਆ, ਉਹਦੀ ਪਬਲਿਸਿਟੀ ਵੀ ਹੋ ਜਾਂਦੀ ਹੈ, ਕਸਟਮਰ ਵੀ ਖੁਸ਼ ਹੋ ਜਾਂਦਾ ਹੈ ਔਰ ਉਹਨਾਂ ਦੇ ਜਿਹੜੇ ਕਸਟਮਰਸ ਹੈ ਉਹ ਪੱਕੇ ਬਣ ਜਾਂਦੇ ਆ। The memory mirror of the virtual dressing room app enables the customers to view their outfit from various angles। It also remembers their previously tried outfits। ਜਿਹੜਾ ਇਹ virtual dressing room ਦਾ mirror ਹੈ, memory mirror ਹੈ, ਇਹ ਉਹ ਚੀਜ਼ਾਂ ਨੂੰ ਆਪਣੇ ਵਿੱਚ ਸੇਵ ਕਰ ਲੈਂਦਾ ਹੈ ਅਲੱਗ-ਅਲੱਗ ਐਂਗਲਸ ਦੇ ਨਾਲ। ਅਗਰ ਕੋਈ ਵੀ ਕਸਟਮਰ ਆਪਣੀ ਡਰੈਸ ਦੀ ਆਊਟਲੁੱਕ ਫਰੰਟ ਤੋਂ ਜਾਂ ਸਾਈਡ ਵੇ ਤੋਂ ਜਾਂ ਬੈਕ ਵੇ ਤੋਂ ਦੇਖਣਾ ਚਾਹੁੰਦਾ ਤਾਂ ਇਹ ਸਾਰੀਆਂ ਚੀਜ਼ਾਂ ਉਹਦੇ ਵਿੱਚ ਹੁੰਦੀਆਂ। ਤਾਂ ਇਹ ਜਿੰਨੀਆਂ ਅਸੀਂ ਡਰੈਸਿਸ ਟਰਾਈ ਕੀਤੀਆਂ ਇਹ ਸਾਰੀਆਂ ਉਹਦੇ ਵਿੱਚ ਸੇਵ ਹੁੰਦੀਆਂ ਔਰ ਕਸਟਮਰ ਕਦੀ ਵੀ ਉਹਨਾਂ ਚੀਜ਼ਾਂ ਨੂੰ ਦੁਬਾਰਾ ਦੇਖ ਸਕਦਾ ਹੈ ਆਪਣੇ ਅਕਾਊਂਟ ਵਿੱਚ ਜਾ ਕੇ। ਨੈਕਸਟ ਹੈ ਸਾਡੇ ਕੋਲ ਰਿਟੇਲਰ ਐਡਵਾਂਟੇਜ। ਇਹਦੇ ਨਾਲ ਰਿਟੇਲਰ ਨੂੰ ਕੀ ਫਾਇਦਾ ਹੋਏਗਾ? ਪਹਿਲਾਂ ਅਸੀਂ ਕੰਜ਼ਿਊਮਰ ਐਡਵਾਂਟੇਜ ਦੀ ਗੱਲ ਕੀਤੀ ਹੈ, ਹੁਣ ਅਸੀਂ ਰਿਟੇਲਰ ਐਡਵਾਂਟੇਜ ਦੀ ਗੱਲ ਕਰਾਂਗੇ ਕਿ ਜਿਹੜਾ ਸੇਲਸ ਵਾਲੇ ਹੈ, ਰਿਟੇਲਰਸ ਹੈ, ਉਹਨਾਂ ਨੂੰ ਇਹਦੇ ਨਾਲ ਕੀ ਲਾਭ ਮਿਲੇਗਾ। With try-on, retailers can share a seamless omni-channel facility with the customer and boost product purchase variety। Try-on ਦੇ ਨਾਲ ਕੀ ਹੋਏਗਾ, ਜਿਹੜੇ ਰਿਟੇਲਰਸ ਹੈ ਆਪਣੇ omni channel facility ਕੀ ਹੁੰਦੀ ਹੈ ਕਿ ਅਗਰ ਕਿਸੇ ਕਸਟਮਰ ਨੇ ਆ ਕੇ ਸਾਡੇ ਕੋਲੋਂ ਪਰਚੇਜ਼ਿੰਗ ਕੀਤੀ ਹੈ, ਨਾਲ ਦੀ ਨਾਲ ਉਸਨੂੰ ਹੈਪੀ ਸ਼ਾਪਿੰਗ ਦਾ ਮੈਸੇਜ ਆ ਗਿਆ, ਜਾਂ ਉਸ ਤੋਂ ਬਾਅਦ ਅਗਰ ਸਾਡੇ ਜਿਹੜੇ ਵੱਡੇ ਬ੍ਰਾਂਡਸ ਆ ਉਹਨਾਂ ਨੇ ਅਗਰ ਸੇਲਸ ਵਿੱਚ ਕੁਝ % ਆਫ ਕੀਤਾ ਜਾਂ ਕੁਝ ਆਫਰਸ ਕੀਤੀਆਂ ਤਾਂ ਉਹਨਾਂ ਦੇ ਮੈਸੇजेस ਉਹ ਜਿਹੜੇ ਕਸਟਮਰਸ ਆ ਉਹਨਾਂ ਨੂੰ ਜ਼ਰੂਰ ਜਾਣਗੇ ਔਰ ਉਹਨਾਂ ਦੇ ਬਰਥਡੇ, ਐਨੀਵਰਸਰੀ ਔਰ ਜਿਹੜੇ ਇੰਪੋਰਟੈਂਟ ਸਾਡੇ ਫੈਸਟੀਵਲਸ ਆ ਉਹਨਾਂ ਤੇ ਜਿਹੜੇ ਰਿਟੇਲਰਸ ਆ ਉਹਨਾਂ ਵੱਲੋਂ ਮੈਸੇਜ ਜਾਂਦਾ ਹੈ, ਜਿਸ ਨਾਲ ਕਿ ਜਿਹੜੇ ਸਾਡੇ ਕਸਟਮਰਸ ਹੈ ਉਹ ਇਨ ਟੱਚ ਰਹਿੰਦੇ ਆ ਔਰ ਉਹ ਪੱਕੇ ਕਸਟਮਰਸ ਬਣ ਜਾਂਦੇ ਆ। ਉਹਨਾਂ ਦੀ ਮਤਲਬ ਜਿਹੜੀ ਅੰਡਰਸਟੈਂਡਿੰਗ ਹੈ ਉਹ ਅੱਛੀ ਹੋ ਜਾਂਦੀ ਹੈ। This virtual trial room enables upgraded client engagement and leads to far better returns on marketing efforts। The virtual dressing room app is the next generation of interactivity with your consumers as it provides innovative way for them to visualize and interact with products and brands। Virtual dressing room ਇੱਕ ਇਸ ਤਰ੍ਹਾਂ ਦੀ ਐਪ ਹੈ ਜਿਹੜੇ ਦੇ ਨਾਲ ਕਿ ਸਾਡੀ ਜਿਹੜੀ ਨੈਕਸਟ ਜਨਰੇਸ਼ਨ ਦੀ ਕੰਜ਼ਿਊਮਰਸ ਤੇ ਜਿਹੜੇ ਰਿਟੇਲਰਸ ਹੈ ਉਹਨਾਂ ਦੇ ਨਾਲ ਇੰਟਰੈਕਸ਼ਨ ਵੱਧਦੀ ਹੈ ਔਰ ਇਹਦੇ ਨਾਲ ਬਹੁਤ ਸਾਰੇ ਇਨੋਵੇਟਿਵ ਵੇਜ਼ ਮਿਲ ਜਾਂਦੇ ਆ ਜਿਸ ਨਾਲ ਕਿ ਜਿਹੜਾ ਕੰਜ਼ਿਊਮਰ ਹੈ ਉਹ ਪ੍ਰੋਡਕਟਸ ਤੇ ਬ੍ਰਾਂਡਸ ਦੇ ਨਾਲ ਜੁੜਿਆ ਰਹਿੰਦਾ ਹੈ।
ਹੁਣ ਅਸੀਂ ਗੱਲ ਕਰਦੇ ਹਾਂ ਟ੍ਰਾਇਲ ਰੂਮ ਬਾਰੇ। ਅਸੀਂ ਸਾਰਾ ਕੁਝ ਜਾਣ ਲਿਆ, ਉਹਦੀਆਂ ਸਪੈਸੀਫਿਕੇਸ਼ਨਸ ਜਾਣ ਲਿਆ, ਕਿਸ ਤਰ੍ਹਾਂ ਦਾ ਹੋਣਾ ਚਾਹੀਦਾ, ਉਹਦੇ ਐਟੀਟਿਊਡਸ ਬਾਰੇ ਅਸੀਂ ਪਤਾ ਕਰ ਲਿਆ। ਹੁਣ ਸਾਨੂੰ ਟ੍ਰਾਇਲ ਰੂਮ ਨੂੰ ਯੂਜ਼ ਕਰਨ ਦੇ ਭਾਵ ਕਿ ਆਪਣੀ ਸੇਫਟੀ ਬਾਰੇ ਵੀ ਸਾਨੂੰ ਪਤਾ ਹੋਣਾ ਚਾਹੀਦਾ ਹੈ, ਕਿਉਂਕਿ ਅੱਜ ਦੇ ਜ਼ਮਾਨੇ ਵਿੱਚ ਬਹੁਤ ਕੁਝ ਇਸ ਤਰ੍ਹਾਂ ਦਾ ਚੱਲ ਰਿਹਾ ਹੈ ਜਿੱਥੇ ਕਿ ਟ੍ਰਾਇਲ ਰੂਮਸ ਦਾ ਸਹਾਰਾ ਲੈ ਕੇ ਕਈ ਲੋਕਾਂ ਨੂੰ ਇਨਡਾਇਰੈਕਟ ਵੇ ਨਾਲ ਜਾਂ ਡਾਇਰੈਕਟ ਵੇ ਨਾਲ ਬਲੈਕਮੇਲਿੰਗ ਹੋ ਰਹੀ ਹੈ। ਕੁਝ ਇਸ ਤਰ੍ਹਾਂ ਦੇ ਬਹੁਤ ਕੁਝ ਚੱਲ ਰਿਹਾ ਜੋ ਸੁਸਾਇਟੀ ਵਿੱਚ ਤੁਹਾਨੂੰ ਸਾਰਿਆਂ ਨੂੰ ਪਤਾ ਹੈ। ਤਾਂ ਉਸ ਕੜੀ ਦੇ ਵਿੱਚ ਸਾਨੂੰ ਆਪਣੀ ਸੇਫਟੀ ਰੱਖਣ ਦੇ ਲਈ ਕੁਝ ਧਿਆਨ ਰੱਖਣ ਯੋਗ ਗੱਲਾਂ ਹੈ। ਉਹਨਾਂ ਵਿੱਚ ਕੀ ਹੈ? ਸਭ ਤੋਂ ਪਹਿਲਾਂ a keen examination of the potentially workplace. As soon as you enter a trial room, you must look everywhere and see if anything seems a wee bit too out of place to make it to a trial room. A showpiece, for instance, is something that is most likely to be bugged with a camera. ਸਭ ਤੋਂ ਪਹਿਲਾਂ ਟ੍ਰਾਇਲ ਰੂਮ ਦੇ ਵਿੱਚ ਐਂਟਰ ਕਰਦੇ ਹੋਏ ਸਾਨੂੰ ਚਾਰੋਂ ਪਾਸੇ ਅੱਛੀ ਤਰ੍ਹਾਂ ਨਜ਼ਰ ਘੁਮਾ ਕੇ ਦੇਖ ਲੈਣਾ ਚਾਹੀਦਾ ਹੈ। ਜਿੱਥੇ ਸਾਨੂੰ ਅਗਰ ਕੋਈ ਵੀ ਚੀਜ਼ ਅਲੱਗ ਲੱਗੇ ਤਾਂ ਸਾਨੂੰ ਉਸ ਚੀਜ਼ ਨੂੰ ਧਿਆਨ ਨਾਲ ਦੇਖਣਾ ਚਾਹੀਦਾ ਹੈ ਕਿ ਉੱਥੇ ਕੈਮਰਾ ਤਾਂ ਨਹੀਂ ਛੁਪਿਆ ਹੋਇਆ। ਲਾਈਕ ਅਗਰ ਕੋਈ ਸ਼ੋ ਪੀਸ ਜਾਂ ਕੋਈ ਸੀਨਰੀ ਜਾਂ ਅਗਰ ਘੜੀ ਲੱਗੀ ਹੋਈ ਹੈ ਤਾਂ ਸਾਨੂੰ ਉਸ ਚੀਜ਼ ਨੂੰ ਬਹੁਤ ਧਿਆਨ ਨਾਲ ਦੇਖਣਾ ਚਾਹੀਦਾ ਹੈ, ਕਿਉਂਕਿ ਅੱਜ ਕੱਲ੍ਹ ਦੇ ਜਿਹੜੇ ਕੈਮਰਾਜ਼ ਹੈ ਉਹ ਸਾਨੂੰ ਆਪਣੀ ਇਦਾਂ ਬੜੀ ਈਜ਼ੀਲੀ ਬਲਾਈਂਡ ਆਈ ਦੇ ਨਾਲ ਨਹੀਂ ਮਿਲਦੇ। ਜਸਟ ਇੱਕ ਸਕਰੀਊ ਦੇ ਵਿੱਚ ਵੀ ਕੈਮਰਾ ਛੁਪਿਆ ਹੋ ਸਕਦਾ ਹੈ ਜਿਸ ਨਾਲ ਕਿ ਸਾਨੂੰ ਪ੍ਰੋਬਲਮ ਦਾ ਸਾਹਮਣਾ ਕਰਨਾ ਪੈ ਸਕਦਾ ਹੈ। A smoke detector or speaker is one of the best places to host a tiny camera. Like ਜਿਵੇਂ smoke detectors ਲੱਗੇ ਹੁੰਦੇ ਆ ਸ਼ੋਰੂਮਸ ਦੇ ਵਿੱਚ ਜਾਂ ਸਪੀਕਰ ਲੱਗਿਆ ਹੋਇਆ, ਇਹਨਾਂ ਵਿੱਚ ਵੀ ਬਿਲਕੁਲ ਛੋਟੀਆਂ ਸਕਰੀਊ ਜਿੰਨੀਆਂ ਸਪੇਸਿਸ ਹੁੰਦੀਆਂ ਜਿੱਥੇ ਕਿ ਛੋਟੇ ਤੋਂ ਛੋਟਾ ਕੈਮਰਾ ਛੁਪਾ ਕੇ ਰੱਖਿਆ ਹੋ ਸਕਦਾ ਹੈ। If you sight any cables that seem to be heading nowhere in particular, you must immediately track down its source or stomp out. ਅਗਰ ਤੁਹਾਨੂੰ ਕਿਤੇ ਵੀ ਕੋਈ ਤਾਰ ਦਿਖ ਰਹੀ ਹੈ ਜਿਹਦਾ ਕਿ ਤੁਹਾਨੂੰ ਕੁਝ ਪਾਰਟਿਕੂਲਰ ਦਿਖ ਰਿਹਾ ਹੈ ਕਿ ਇਹ ਤਾਰ ਕਿੱਥੋਂ ਆ ਰਹੀ ਹੈ, ਤਾਂ ਫਟਾਫਟ ਉਸ ਤਾਰ ਨੂੰ ਖਿੱਚ ਦੇਣਾ ਚਾਹੀਦਾ ਜਿੱਥੋਂ ਕਿ ਉਹ ਆ ਰਹੀ ਹੈ, ਉਹਦੇ ਸੋਰਸ ਨੂੰ ਖਤਮ ਕਰ ਦੇਣਾ ਚਾਹੀਦਾ ਹੈ। ਨੰਬਰ 2 ਤੇ ਹੈ ਸਾਡੇ ਕੋਲ a quick turning on and off of the trial room lights. If all seems to be fine upon a naked eye examination, ਅਗਰ ਤੁਹਾਨੂੰ ਸਭ ਕੁਝ ਆਪਣੀਆਂ ਅੱਖਾਂ ਨਾਲ ਦੇਖ ਕੇ ਠੀਕ ਲੱਗ ਰਿਹਾ ਟ੍ਰਾਇਲ ਰੂਮ ਦੇ ਵਿੱਚ ਜਾਂ ਕੋਈ ਹੋਟਲ ਦਾ ਰੂਮ ਹੋਵੇ ਜਾਂ ਪਬਲਿਕ ਵਾਸ਼ਰੂਮ ਹੋਵੇ, you can be a little more certain of your safety by simply turning off the lights of the area for a few moments and looking around for any lights. ਫਿਰ ਵੀ ਤੁਹਾਨੂੰ ਕੀ ਕਰਨਾ ਚਾਹੀਦਾ? ਉਸ ਏਰੀਏ ਦੀਆਂ, ਉਸ ਟ੍ਰਾਇਲ ਰੂਮ ਦੀਆਂ ਜਾਂ ਉਸ ਵਾਸ਼ਰੂਮ ਦੀਆਂ ਲਾਈਟਸ ਨੂੰ ਕੁਝ ਦੇਰ ਲਈ ਬੰਦ ਕਰਨਾ ਚਾਹੀਦਾ ਔਰ ਫਿਰ ਇੱਧਰ ਉੱਧਰ ਦੇਖਣਾ ਚਾਹੀਦਾ ਕਿ ਕਿਤੋਂ ਸਾਨੂੰ ਕੋਈ ਲਾਈਟ ਨਜ਼ਰ ਤਾਂ ਨਹੀਂ ਆ ਰਹੀ। If you see any red on green LED lights, then they are most likely those of camera placed by a reckless. ਅਗਰ ਤੁਹਾਨੂੰ ਕੋਈ ਵੀ ਰੈਡ ਕਲਰ ਜਾਂ ਗ੍ਰੀਨ ਕਲਰ ਦੀ LED ਦੀ ਤਰ੍ਹਾਂ ਦੀ ਲਾਈਟ ਦਿਖ ਰਹੀ ਹੈ ਤਾਂ ਉਹ ਕੈਮਰੇ ਦੀ ਹੋ ਸਕਦੀ ਹੈ। Who forget to cover the signaling power on lights with someone obstruction to avoid detection. ਜਿਹੜਾ ਕਿ ਉਹ ਏਦਾਂ ਹੋ ਸਕਦਾ ਹੈ ਕਿ ਉਹ ਭੁੱਲ ਗਏ ਹੋਣ ਉਸਨੂੰ ਕਵਰ ਅਪ ਕਰਨਾ, ਤਾਂ ਉਸ ਚੀਜ਼ ਦਾ ਸਾਨੂੰ ਧਿਆਨ ਰੱਖਣਾ ਚਾਹੀਦਾ ਹੈ। ਨੰਬਰ 3 is your mobile phone to your rescue. ਸਾਨੂੰ ਟ੍ਰਾਇਲ ਰੂਮ ਦੇ ਵਿੱਚ ਜਾ ਕੇ ਕੀ ਕਰਨਾ ਚਾਹੀਦਾ? ਸਾਨੂੰ ਆਪਣੇ ਮੋਬਾਈਲ ਤੋਂ ਸਿੰਪਲ ਕਾਲ ਕਰਨੀ ਚਾਹੀਦੀ ਹੈ ਕਿਸੇ ਨੂੰ ਵੀ। If you notice any repetitive clicking sound in the background, ਅਗਰ ਤੁਹਾਨੂੰ ਕਾਲ ਕਰਦੇ ਹੋਏ ਇਹ ਲੱਗਦਾ ਹੈ ਕਿ ਤੁਹਾਡੀ ਬੈਕਗ੍ਰਾਉਂਡ ਦੇ ਵਿੱਚ ਕੁਝ ਬਾਰ-ਬਾਰ ਰਿਪੀਟ ਹੋਣ ਵਾਲੀ ਕਲਿਕਿੰਗ ਸਾਊਂਡ ਆ ਰਹੀ ਹੈ, you are most likely interrupting the camera electromagnetic field by being on call. ਤਾਂ ਉਹ ਚੀਜ਼, ਉਹ ਇੰਟਰਰਪਸ਼ਨ ਜਿਹੜੀ ਹੈ, ਉਹ ਰੁਕਾਵਟ ਜਿਹੜੀ ਹੈ, ਉਹ ਜਿਹੜੇ ਕੈਮਰੇ ਵਿੱਚ ਇਲੈਕਟ੍ਰੋਮੈਗਨੈਟਿਕ ਲਾਈਟਸ ਹੁੰਦੀਆਂ ਉਹ ਉਹਨਾਂ ਦੀ ਇੰਟਰਰਪਸ਼ਨ, ਉਹਨਾਂ ਦੀ ਰੁਕਾਵਟ ਹੋ ਸਕਦੀ ਹੈ ਜਿਹੜੀ ਕਿ ਤੁਹਾਨੂੰ ਕਾਲ ਕਰਨ ਤੋਂ ਰੋਕ ਰਹੀ ਹੈ। ਇਸ ਦਾ ਮਤਲਬ ਇਹ ਹੈ ਕਿ ਉਸ ਟ੍ਰਾਇਲ ਰੂਮ ਵਿੱਚ ਜਾਂ ਉਸ ਜਗ੍ਹਾ ਤੇ ਕੈਮਰਾ ਹੈ। ਸੋ ਬੀ ਅਲਰਟ। ਨੈਕਸਟ ਹੈ ਸਾਡੇ ਕੋਲ ਯੂਜ਼ਿੰਗ ਦਾ ਕੈਮਰਾ ਆਫ ਯੋਰ ਫੋਨ। ਇਹਦੇ ਵਿੱਚ ਅਸੀਂ ਕੀ ਕਰ ਸਕਦੇ ਹਾਂ? Turning the camera of your phone on and looking around through it can help you sight any infrared beams from night vision cameras.
ਸਾਨੂੰ ਆਪਣੇ ਫੋਨ ਦਾ ਕੈਮਰਾ ਔਨ ਕਰਨਾ ਚਾਹੀਦਾ। ਉਹਦੇ ਨਾਲ ਕੀ ਹੋਏਗਾ, ਜਦੋਂ ਅਸੀਂ ਕੈਮਰਾ ਔਨ ਕਰਾਂਗੇ, ਅਗਰ ਅਸੀਂ ਟ੍ਰਾਇਲ ਰੂਮ ਦੀਆਂ ਲਾਈਟਸ ਬੰਦ ਕੀਤੀਆਂ, ਅਗਰ ਆਪਾਂ ਫੋਨ ਦਾ ਕੈਮਰਾ ਔਨ ਕਰ ਲਿਆ, ਤਾਂ ਉਹਦੇ ਨਾਲ ਕੀ ਹੋਏਗਾ ਕਿ ਜਿਹੜੀਆਂ ਕੈਮਰੇ ਵਿੱਚੋਂ, ਹਿਡਨ ਕੈਮਰਾ ਵਿੱਚੋਂ ਜਿਹੜੀਆਂ ਇਨਫਰਾਰੈਡ ਬੀਮਸ ਹੈ ਨਿਕਲ ਰਹੀਆਂ, ਉਹ ਸਾਨੂੰ ਦਿਖ ਜਾਣਗੀਆਂ, ਤਾਂ ਅਸੀਂ ਆਪਣੇ ਆਪ ਨੂੰ ਸੇਫ ਰੱਖ ਸਕਦੇ ਹਾਂ। ਨੈਕਸਟ ਦੋ ਇੰਪੋਰਟੈਂਟ ਪੁਆਇੰਟਸ ਹੈ ਜਿਹੜੇ ਮੈਂ ਤੁਹਾਡੇ ਨਾਲ ਸ਼ੇਅਰ ਜ਼ਰੂਰ ਕਰਨਾ ਚਾਹਾਂਗੀ। ਡੋਂਟ ਫੋਰਗੇਟ ਟੂ ਚੈੱਕ ਲੁੱਕ ਫॉर ਟੂ-ਵੇ ਮਿਰਰਸ। ਜਿਹੜੇ ਮਿਰਰ ਲੱਗੇ ਹੋਏ ਆ ਟ੍ਰਾਇਲ ਰੂਮ ਦੇ ਵਿੱਚ, ਸਾਨੂੰ ਉਹਨਾਂ ਨੂੰ ਚੈੱਕ ਕਰਨਾ ਨਹੀਂ ਭੁੱਲਣਾ ਚਾਹੀਦਾ, ਕਿਉਂਕਿ ਅੱਜ ਕੱਲ ਕਈ ਵਾਰ ਟੂ-ਵੇ ਮਿਰਰਸ ਹੁੰਦੇ ਆ, ਜਿਹਦੇ ਵਿੱਚ ਕੀ ਹੁੰਦਾ ਹੈ ਕਿ ਪਿੱਛੇ ਕੁਝ ਹੋਰ ਹੁੰਦਾ ਹੈ। ਇਹਦਾ ਮਤਲਬ ਇਹ ਹੈ ਕਿ ਸਾਨੂੰ ਉਹਦੇ ਮਿਰਰ ਦੇ ਪਿੱਛੋਂ ਵੀ ਕੋਈ ਦੇਖ ਸਕਦਾ ਹੈ। ਟੂ ਆਈਡੈਂਟੀਫਾਈ ਦਿਸ, ਇਸ ਨੂੰ ਪਹਿਚਾਨ ਕਰਨ ਵਾਸਤੇ ਅਸੀਂ ਕੀ ਕਰਾਂਗੇ, ਟੂ ਸਿੰਪਲੀ ਟੱਚ ਦਾ ਮਿਰਰ ਇਨ ਦਾ ਚੇਂਜਿੰਗ ਰੂਮ ਵਿਦ ਯੂਅਰ ਇੰਡੈਕਸ ਫਿੰਗਰ। ਸਾਨੂੰ ਸਿੰਪਲੀ ਜਿਹੜਾ ਸ਼ੀਸ਼ਾ ਹੈ ਉਹਨੂੰ ਆਪਣੀ ਇੰਡੈਕਸ ਫਿੰਗਰ, ਜਿਹੜੀ ਅੰਗੂਠੇ ਦੇ ਨਾਲ ਵਾਲੀ ਉਂਗਲ ਹੁੰਦੀ ਹੈ, ਉਹਦੇ ਨਾਲ ਸਿੰਪਲੀ ਟੱਚ ਕਰਕੇ ਦੇਖਣਾ ਹੈ। ਇਨ ਕੇਸ ਯੂਅਰ ਰਿਫਲੈਕਸ਼ਨ ਇਜ਼ ਵੈਰੀ ਕਲੋਜ਼, ਅਗਰ ਸਾਡੀ ਫਿੰਗਰ ਦੇ ਨਾਲ, ਸ਼ੀਸ਼ੇ ਵਾਲੀ ਫਿੰਗਰ ਦੇ ਨਾਲ ਬਹੁਤ ਜ਼ਿਆਦਾ ਕਲੋਜ਼ ਹੈ, ਤਾਂ ਇਟ ਇਜ਼ ਅ ਟੂ-ਵੇ ਮਿਰਰ। ਤਾਂ ਇਹਦਾ ਮਤਲਬ ਕੀ ਹੈ ਕਿ ਇਹ ਟੂ-ਵੇ ਮਿਰਰ ਹੈ ਐਂਡ ਸਮਵਨ ਮਾਈਟ ਬੀ ਵਾਚਿੰਗ ਫਰੋਮ ਦਾ ਅਦਰ ਸਾਈਡ ਆਫ ਦਾ ਮਿਰਰ। ਤਾਂ ਸੰਭਾਵਨਾ ਹੈ ਪੂਰੀ ਕਿ ਸ਼ੀਸ਼ੇ ਦੀ ਦੂਸਰੀ ਸਾਈਡ ਤੋਂ ਤੁਹਾਨੂੰ ਕੋਈ ਦੇਖ ਰਿਹਾ ਹੈ। ਸੋ ਬੀ ਅਲਰਟ while using the trial rooms. And the last one is as a golden rule, ਸਭ ਤੋਂ ਜਿਹੜਾ golden rule ਹੈ, never remove the clothes you were wearing. ਕਦੇ ਵੀ ਟ੍ਰਾਇਲ ਰੂਮ ਚ ਜਾਂਦੇ ਹੋਏ ਆਪਣੇ ਕੱਪੜੇ ਨਾ ਖੋਲੋ, but while trying something new, try it on top of what you are already wearing. ਪਰ ਜਦੋਂ ਵੀ ਤੁਸੀਂ ਕੁਝ ਟਰਾਈ ਕਰਨਾ, ਤਾਂ ਇਹਨੂੰ ਕੀ ਕਰਨਾ ਹੈ ਕਿ ਤੁਸੀਂ ਉਹਦੇ ਜੋ ਕੁਝ ਤੁਸੀਂ ਪਾਇਆ ਉਹਦੇ ਉੱਪਰੋਂ ਟਰਾਈ ਕਰ ਸਕਦੇ ਹੋ। The purpose of a trial room is just to check how the clothes fit. ਜਿਹੜਾ ਟ੍ਰਾਇਲ ਰੂਮ ਦਾ ਪਰਪਸ ਹੈ, ਉਦੇਸ਼ ਕੀ ਹੁੰਦਾ ਹੈ, ਜਸਟ ਇਹ ਚੈੱਕ ਕਰਨਾ ਕਿ ਤੁਹਾਨੂੰ ਕੱਪੜੇ ਕਿਸ ਤਰ੍ਹਾਂ ਦੇ ਫਿੱਟ ਆਣਗੇ। You could always do a closer inspection within the closed confines of your home. ਤੋ ਤੁਹਾਨੂੰ ਹਮੇਸ਼ਾ ਇਹ ਜਿਹੜੀ ਬਹੁਤ ਜ਼ਿਆਦਾ ਨੇੜੇ ਦੇ ਇਨਸਪੈਕਸ਼ਨ ਹੈ ਕੱਪੜਿਆਂ ਦੇ ਨਾਲ, ਜਾਂ ਕੱਪੜਿਆਂ ਦੀ ਫਿਟਿੰਗ ਚੈੱਕ ਕਰਨੀ ਹੈ, ਹਮੇਸ਼ਾ ਆਪਣੇ ਘਰ ਦੇ ਵਿੱਚ ਹੀ ਚੈੱਕ ਕਰਨਾ ਚਾਹੀਦਾ। ਵੈਸੇ ਹਰ ਇੱਕ ਇਨਸਾਨ ਨੂੰ ਇੰਨਾ ਕੁ ਆਈਡੀਆ ਹੁੰਦਾ ਹੈ ਕਿ ਅਗਰ ਮੈਂ ਇਹ ਕੱਪੜਾ, ਅਗਰ ਪਾਏ ਹੋਏ ਕੱਪੜੇ ਦੇ ਉੱਤੋਂ ਪਾਵਾਂ ਤਾਂ ਇਹਦੀ ਫਿਟਿੰਗ ਮੈਨੂੰ ਕਿਸ ਤਰ੍ਹਾਂ ਦੀ ਆਏਗੀ, ਜਾਂ ਇਹ ਕੱਪੜੇ ਦੇ ਉੱਤੋਂ ਅਗਰ ਮੈਂ ਨਾ ਪਾਵਾਂ ਤਾਂ ਮੈਨੂੰ ਕਿੰਨਾ ਕੁ ਲੂਜ਼ ਫਿਟ ਹੋਏਗਾ। ਤਾਂ ਇਹ ਇੰਨਾ ਕੁ ਐਸਟੀਮੇਟ ਹਰ ਇੱਕ ਇਨਸਾਨ ਨੂੰ ਜ਼ਰੂਰ ਹੁੰਦਾ। ਤਾਂ ਅਵੋਇਡ ਕਰੋ ਜਦੋਂ ਤੁਸੀਂ ਮਤਲਬ ਟ੍ਰਾਇਲ ਰੂਮਸ ਵਿੱਚ ਜਾਂਦੇ ਹੋ ਕਿ ਆਪਣੇ ਕੱਪੜੇ ਉਤਾਰ ਕੇ ਦੁਬਾਰਾ ਨਾ ਟਰਾਈ ਕਰੋ। ਵੈਸੇ ਅੱਜ ਕੱਲ ਦਾ ਜ਼ਮਾਨਾ ਵਰਚੁਅਲ ਟ੍ਰਾਇਲ ਰੂਮਸ ਆ, ਬਟ ਉਹ ਸਾਡੀਆਂ ਛੋਟੀਆਂ ਸਿਟੀਜ਼ ਵਿੱਚ ਆਉਂਦੇ ਹੋਏ ਥੋੜਾ ਟਾਈਮ ਲੱਗੇਗਾ। ਇਸ ਲਈ ਜਿਹੜਾ ਸਾਡਾ ਟ੍ਰਾਇਲ ਰੂਮ ਹੈ, ਇਸ ਨੂੰ ਟਰਾਈ ਕਰਦੇ ਹੋਏ, ਕੱਪੜਿਆਂ ਨੂੰ, ਡਰੈਸਿਸ ਨੂੰ ਟਰਾਈ ਕਰਦੇ ਹੋਏ ਸਾਨੂੰ ਇਹਨਾਂ ਸਾਰੀਆਂ ਪ੍ਰੀਕਾਸ਼ਨਰੀ ਗੱਲਾਂ ਦਾ ਧਿਆਨ ਰੱਖਣਾ ਚਾਹੀਦਾ, ਤਾਂ ਜੋ ਕਿਸੇ ਵੀ ਤਰ੍ਹਾਂ ਦੀ ਕੋਈ ਇਨਕਨਵੀਨੀਅੰਸ ਕਿਸੇ ਨੂੰ ਵੀ ਨਾ ਹੋਵੇ। ਤਾਂ ਉਮੀਦ ਕਰਦੀ ਹਾਂ ਕਿ ਤੁਹਾਨੂੰ ਟ੍ਰਾਇਲ ਰੂਮ ਦਾ ਇਹ ਟੌਪਿਕ ਮੇਰਾ ਅੱਛਾ ਲੱਗਿਆ ਹੋਏਗਾ ਔਰ ਤੁਹਾਨੂੰ ਸਮਝ ਵੀ ਆ ਗਿਆ ਹੋਏਗਾ। ਮੈਨੂੰ ਆਪਣਾ ਟਾਈਮ ਦੇਣ ਲਈ ਤੁਹਾਡਾ ਸਾਰਿਆਂ ਦਾ ਧੰਨਵਾਦ ਬਹੁਤ ਬਹੁਤ। ਹੁਣ ਮੈਂ ਥੋੜੀ ਜਿਹੀ ਗੱਲ ਕਰਨਾ ਚਾਹਾਂਗੀ ਕੁਐਰੀ ਸੈਸ਼ਨ ਤੋਂ ਪਹਿਲਾਂ ਕਰੋਨਾ ਵਾਇਰਸ ਦੇ ਬਾਰੇ ਵਿੱਚ। ਜਿਵੇਂ ਕਿ ਪੰਜਾਬ ਸਰਕਾਰ ਦਾ ਮਿਸ਼ਨ ਫਤਿਹ ਚੱਲ ਰਿਹਾ ਹੈ, ਇਸ ਸਾਰਿਆਂ ਦੇ ਵਿੱਚ ਸਾਡਾ ਸਹਿਯੋਗ ਦੇਣਾ ਬਣਦਾ ਹੈ। ਤਾਂ ਮਿਸ਼ਨ ਫਤਿਹ ਦੇ ਵਿੱਚ ਸਹਿਯੋਗ ਦੇਣ ਲਈ ਅਸੀਂ ਸਾਰੇ ਕੀ ਕਰ ਸਕਦੇ ਹਾਂ, ਅਸੀਂ ਸਾਰੇ ਆਪਣੇ ਆਪ ਨੂੰ ਬਚਾ ਸਕਦੇ ਹਾਂ। ਵਾਇਰਸ ਪ੍ਰੀਵੈਂਸ਼ਨ ਇਜ਼ ਇਨ ਯੋਰ ਹੈਂਡਸ। ਵਾਇਰਸ ਨੂੰ ਇਹ ਕਿਵੇਂ ਫੈਲਦਾ, ਇੱਕ ਦੂਜੇ ਦੀ ਲਾਗ ਦੇ ਨਾਲ, ਇੱਕ ਦੂਜੇ ਨੂੰ ਟੱਚ ਕਰਨ ਦੇ ਨਾਲ, ਖਾਂਸੀ ਦੇ ਨਾਲ, ਸਾਹ ਦੇ ਨਾਲ ਇਹ ਫੈਲਦਾ। ਤਾਂ ਉਹਦੇ ਲਈ ਅਸੀਂ ਕੀ ਕਰ ਸਕਦੇ ਹਾਂ, ਬੁਖਾਰ ਹੋਣ ਤੇ ਜਿਹੜੇ ਸਿੰਪਟਮਸ ਹੈ ਸਾਡੇ, ਉਹਦੇ ਵਿੱਚ ਕੀ ਹੁੰਦਾ, ਹਾਈ ਗ੍ਰੇਡ ਫੀਵਰ ਹੁੰਦਾ, ਬੰਦੇ ਨੂੰ ਖਾਂਸੀ ਹੋ ਜਾਂਦੀ ਹੈ ਔਰ ਸਾਹ ਲੈਣ ਵਿੱਚ ਤਕਲੀਫ ਹੁੰਦੀ ਹੈ। ਤਾਂ ਸਾਨੂੰ ਕੀ ਕਰਨਾ ਚਾਹੀਦਾ, ਆਪਣੀ ਜਿਹੜੀ ਖਾਂਸੀ ਕਰਨ ਲੱਗੇ ਆਪਣੇ ਮੂੰਹ ਨੂੰ ਢੱਕ ਕੇ ਰੱਖਣਾ ਚਾਹੀਦਾ ਹੈ। ਸਾਨੂੰ ਸਾਰਿਆਂ ਨੂੰ ਮਾਸਕ ਪਾ ਕੇ ਬਾਹਰ ਨਿਕਲਣਾ ਚਾਹੀਦਾ ਹੈ। ਮਾਸਕ ਕਦੇ ਵੀ ਸਾਨੂੰ ਮੂੰਹ ਤੇ ਬੰਨ ਕੇ ਆਪਣੇ ਨੱਕ ਤੋਂ ਥੱਲੇ ਨਹੀਂ ਕਰਨਾ ਚਾਹੀਦਾ। ਹਮੇਸ਼ਾ ਸਾਡਾ ਨੱਕ ਤੇ ਮੂੰਹ ਕਵਰ ਹੋਣਾ ਚਾਹੀਦਾ ਹੈ। ਸਾਨੂੰ ਇੱਕ ਦੂਜੇ ਨਾਲ ਹੈਂਡਸ਼ੇਕ ਨਹੀਂ ਕਰਨਾ ਚਾਹੀਦਾ। ਘੱਟੋ ਘੱਟ 13 ਫੁੱਟ ਦੀ ਦੂਰੀ ਬਣਾ ਕੇ ਰੱਖਣੀ ਚਾਹੀਦੀ ਹੈ। ਔਰ ਕਿਸੇ ਵੀ ਚੀਜ਼ ਨੂੰ ਹੱਥ ਲਗਾ ਕੇ ਸਾਨੂੰ ਆਪਣੇ
ਨੱਕ, ਮੂੰਹ ਤੇ ਅੱਖਾਂ ਨੂੰ, ਕੰਨਾਂ ਨੂੰ ਟੱਚ ਨਹੀਂ ਕਰਨਾ ਚਾਹੀਦਾ, ਤਾਂ ਜੋ ਵਾਇਰਸ ਸਾਡੇ ਅੰਦਰ ਅਟੈਕ ਨਾ ਕਰ ਦੇਵੇ। ਔਰ ਸਾਨੂੰ ਬਿਨਾਂ ਕੰਮ ਪੈਣ ਤੋਂ ਭੀੜ ਭੜੱਕੇ ਵਾਲੀਆਂ ਥਾਵਾਂ ਤੇ ਨਹੀਂ ਜਾਣਾ ਚਾਹੀਦਾ। ਇਹਨਾਂ ਸਾਰੀਆਂ ਚੀਜ਼ਾਂ ਨੂੰ ਅਸੀਂ ਧਿਆਨ ਵਿੱਚ ਰੱਖਦੇ ਹੋਏ ਪੰਜਾਬ ਸਰਕਾਰ ਦਾ ਮਿਸ਼ਨ ਫਤਿਹ ਵਿੱਚ ਆਪਣਾ ਯੋਗਦਾਨ ਪਾ ਸਕਦੇ ਹਾਂ। ਸੋ ਥੈਂਕ ਯੂ ਆਲ। ਹੁਣ ਕਿਸੇ ਵੀ ਸਟੂਡੈਂਟ ਦੀ ਕੋਈ ਵੀ ਕੁਐਰੀ ਹੋਵੇ ਤਾਂ ਉਹ ਮੇਰੇ ਤੋਂ ਆਪਣੇ ਆਪ ਨੂੰ ਅਨਮਿਊਟ ਕਰਕੇ ਪੁੱਛ ਸਕਦਾ ਹੈ, ਜਾਂ ਫਿਰ ਅਗਰ ਕਿਸੇ ਨੇ ਕੁਛ ਹੋਰ ਗੱਲ ਪੁੱਛਣੀ ਹੈ ਤਾਂ ਸਕਰੀਨ ਤੇ ਦਿੱਤੇ ਹੋਏ ਨੰਬਰ ਤੇ ਈਮੇਲ ਆਈਡੀ ਤੇ ਮੈਨੂੰ ਮੇਲ ਕਰਕੇ ਤੇ ਫੋਨ ਤੇ WhatsApp ਨੰਬਰ ਤੇ ਕੰਟੈਕਟ ਕਰਕੇ अनम्यूट करिए मैम। हेलो मनिंदर मैम। हाँ जी मैम ਤੁਹਾਡਾ ਲੈਕਚਰ ਬੜਾ ਵਧੀਆ ਸੀਗਾ ਟ੍ਰਾਇਲ ਰੂਮ ਤੇ, ਲੇਕਿਨ ਤੁਸੀਂ ਬੱਚਿਆਂ ਨੂੰ ਗਾਈਡ ਕੀਤਾ ਹੈ ਕਿ ਟ੍ਰਾਇਲ ਰੂਮ 'ਚ ਕੱਪੜੇ ਕਿਸ ਤਰੀਕੇ ਨਾਲ ਚੈੱਕ ਮਤਲਬ ਕਿ ਤੁਸੀਂ ਚੈੱਕ ਕਰ ਸਕਦੇ ਹੋ, ਇਹ ਬਹੁਤ ਵਧੀਆ ਸੀਗਾ ਕਿਉਂਕਿ ਬੱਚੇ ਕਈ ਵਾਰ ਕਨਫਿਊਜ਼ ਹੋਣੇ। ਪਿਛਲੇ ਦਿਨਾਂ 'ਚ ਆਪਾਂ ਟ੍ਰਾਇਲ ਰੂਮ ਨਾਲ ਰਿਲੇਟਡ ਕਾਫੀ ਸਕੈਮਸ ਦੇਖੇ ਸੀਗੇ ਤੇ ਤੁਹਾਡਾ ਬਹੁਤ ਬਹੁਤ ਧੰਨਵਾਦ, ਤੁਸੀਂ ਇੰਨਾ ਵਧੀਆ ਟੌਪਿਕ ਲੈ ਕੇ ਆਏ ਹੋ, ਬਹੁਤ ਬਹੁਤ ਧੰਨਵਾਦ, ਥੈਂਕ ਯੂ। ਥੈਂਕ ਯੂ ਮੈਮ, ਥੈਂਕ ਯੂ। ਇਸ ਟੌਪਿਕ ਦੀ ਬਹੁਤ ਜ਼ਰੂਰਤ ਸੀ, ਵੈਸੇ ਤਾਂ ਸਿਲੇਬਸ ਦੇ ਨਾਲ ਰਿਲੇਟਡ ਹੀ ਹੈ ਟੌਪਿਕ, ਪਰ ਇਹਦੇ ਵਿੱਚ ਥੋੜਾ ਜਿਹਾ ਮੈਂ ਟੱਚ ਦਿੱਤਾ ਹੈ ਕਿਉਂਕਿ ਪਿੱਛੇ ਜੇ ਕਾਫੀ ਇੰਡੀਆ ਦੇ ਜਿਹੜੇ ਫੇਮਸ ਬ੍ਰਾਂਡਸ ਹੈ, ਈਵਨ ਮੈਟਰੋਪੋਲੀਟਨ ਸਿਟੀਜ਼ ਵਿੱਚ ਸਾਡੀਆਂ ਸੈਲੀਬ੍ਰਿਟੀਜ਼ ਨੇ ਵੀ, ਈਵਨ ਸਾਡੇ ਜਿਹੜੇ ਮਿਨਿਸਟਰ ਹੈ ਮਿਸਿਸ ਸਿਮਰਤੀ ਇਰਾਨੀ, ਉਹਨਾਂ ਨੇ ਵੀ ਇਹ ਚੀਜ਼ ਚੈੱਕ ਕੀਤਾ ਸੀਗਾ ਕਿ ਵੱਡੇ ਵੱਡੇ ਜਿਹੜੇ ਸ਼ੋਰੂਮਸ ਹੈ ਉਹਨਾਂ ਦੇ ਜਿਹੜੇ ਟ੍ਰਾਇਲ ਰੂਮਸ ਹੈ ਉੱਥੇ ਵੀ ਇਸ ਤਰ੍ਹਾਂ ਦੇ ਸਕੈਮਸ ਤੇ ਹਿਡਨ ਕੈਮਰਾਸ ਹੈ। तो साडे ये बच्चों को इस चीज़ की नॉलेज होनी बहुत ज़्यादा जरूरी है कि अगर असी किते भी पब्लिक प्लेस पे जाते हैं, चाहे वो वॉशरूम है या ट्रायल रूम है, तो उत्थे जाके असी अपने आप को सिक्योर किवें रख सकते हैं। थैंक यू सो मच मैम। बिल्कुल ओके मैम। निंदा मैम जी। हाँ जी मैम। मैम सेशन करिए ओवर जी, न्यू प्रेजेंटर आ रहे हैं अपने। हाँ जी मैम, एक हैंड रेज हो रहा है कुलदीप कौर जी का। हाँ पूछो इन्हां नूं जरा चांस है कि आपां कर लेंदे। हाँ जी कुलदीप कौर जी, प्लीज अपने आप नूं अनम्यूट करके कह सकते हो, पूछ सकते हो की कहना है। हेलो 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 मैम, सत श्री अकाल जी। सत श्री अकाल जी मैम। थैंक